ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੋਨੋਂ ਟਾਈਮ ਅਰਦਾਸ ਵੇਲੇ ਤੇਗ ਬਹਾਦਰ ਸਿਮਰਿਐ ਕਲ ਨੌ ਦਾਵੇ ਤਾਏ ਸਭ ਥਾਈ ਹੋਈ ਸਹਾय। ਇਹ ਰੋਜ਼ਾਨਾ ਸਿੱਖ ਦੇ ਨਿਤਨੇਮ ਤੋਂ ਅਨੁਸਾਰ ਇਹ ਰੋਜ਼ਾਨਾ ਪੰਕਤੀ ਪੜ੍ਹਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਉਤਸਵ 400 ਸਾਲਾ ਐਤਕੀ ਇਸ ਸਾਲ ਸਾਡੇ ਜੀਵਨ ਕਾਲ ਦੇ ਵਿੱਚ ਸ਼ਤਾਬਦੀ ਆ ਰਹੀ ਹੈ 1 ਮਈ। ਅਤੇ ਜਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ, ਆਪੋ ਆਪਣੀ ਜਗ੍ਹਾ ਤੇ ਸਾਰਿਆਂ ਨੇ ਇਹ ਪ੍ਰਕਾਸ਼ ਉਤਸਵ ਪ੍ਰਕਾਸ਼ ਪੁਰਬ ਮਨਾਉਣਾ ਹੈ। ਇੰਡੀਆ ਵਿੱਚ ਤੁਸੀਂ ਦੇਖਿਆ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸ਼ੁਰੂ ਹੋ ਗਏ ਨੇ, ਉੱਥੇ ਉਹਨਾਂ ਆਪਣੇ ਤੌਰ ਤੇ ਮਨਾਉਣਾ ਹੈ। ਅਤੇ ਇੱਥੇ ਆਪਾਂ ਸਿੱਖ ਚੈਨਲ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੇ ਅਤੇ ਉਹਨਾਂ ਦੀ ਬਾਣੀ, ਉਹਨਾਂ ਦਾ ਜਿਹੜੇ ਬਾਣੀ ਦੇ ਭਾਵ ਅਰਥ ਨੇ, ਅਧਿਆਤਮਕ ਅਰਥ ਨੇ ਪਿੱਛੇ, ਇਹੋ ਜਿਹੇ ਸਾਰੇ ਜੋ ਸਬਜੈਕਟ ਨੇ ਉਹਨਾਂ ਉੱਤੇ ਕੁਝ ਪ੍ਰੋਗਰਾਮ ਕੀਤੇ ਜਾਣ ਤਾਂ ਕਿ ਸਾਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਤੱਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੀਵਨੀ, ਉਹਨਾਂ ਬਾਰੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜਾਂ ਸਮਝਣ ਨੂੰ ਮਿਲ ਸਕੇ ਜਾਂ ਸਮਝ ਸਕੀਏ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਖਾਸ ਕਰਕੇ ਮੈਂ ਇੱਥੇ ਦੇ ਜੰਮਪਲ ਬੱਚਿਆਂ ਉਹਨਾਂ ਵਾਸਤੇ ਗੱਲ ਕਰ ਰਿਹਾ। ਤੁਸੀਂ ਸਾਰੇ ਸੂਝਵਾਨ ਹੋ, ਪਰ ਆਪਾਂ ਇਹ ਪ੍ਰੋਗਰਾਮ ਵਾਈਡਰ ਕਮਿਊਨਿਟੀ ਵਾਸਤੇ ਕਰਦੇ ਹਾਂ ਤਾਂ ਕਿ ਸਾਰੇ ਇਸ ਪ੍ਰੋਗਰਾਮ ਤੋਂ ਕੁਝ ਨਾ ਕੁਝ ਲਾਭ ਲੈ ਸਕਣ ਕਿ ਗੁਰੂ ਸਾਹਿਬ ਕਿੰਨਵੇਂ ਗੁਰੂ ਸਨ, ਗੁਰੂ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ, ਮਾਤਾ ਪਿਤਾ ਕੌਣ ਸਨ, ਭੈਣ ਭਰਾ ਕੌਣ ਸਨ, ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਕਾਲ ਵਿੱਚ ਇਹ ਜੋ ਚਲਦੀ ਪੀੜ੍ਹੀ ਆ ਰਹੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਅਗਾਂਹ, ਉਦੋਂ ਜੋ ਚੱਲ ਰਹੀ ਸੀ ਲੜੀ, ਉਹਦੇ ਵਿੱਚ ਕੀ ਹਿੱਸਾ ਪਾਇਆ ਇਸ ਸਿੱਖੀ ਦੇ ਸੰਪੂਰਨ ਰੂਪ ਨੂੰ ਦੇਣ ਵਾਸਤੇ। ਇਹੋ ਜਿਹੇ ਸਵਾਲ ਅਤੇ ਇਹ ਸਮਝਣ ਦੀ ਬੜੀ ਲੋੜ ਹੈ। ਇਹ ਉਪਰਾਲਾ ਇੱਕ ਕੀਤਾ ਗਿਆ ਹੈ ਸਿੱਖ ਚੈਨਲ ਵੱਲੋਂ ਤੇ ਅਗਲੇ ਕੁਝ ਪ੍ਰੋਗਰਾਮਾਂ ਵਿੱਚ 1 ਮਈ ਤੱਕ ਆਪਾਂ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਤੇ ਇੱਕ ਪੰਛੀ ਝਾਤ ਪਾਉਣੀ ਹੈ, ਕਿਉਂਕਿ ਉਹਨਾਂ ਦਾ ਜੀਵਨ ਵੱਡਾ ਰਿਹਾ। ਤੁਸੀਂ ਨਹੀਂ ਕਹਿ ਸਕਦੇ, ਕੁਝ ਨਾ ਕੁਝ ਉਹਨਾਂ ਤੋਂ ਸਿੱਖਣ ਵਾਸਤੇ ਜੋ ਕੁਝ ਫੈਕਟਸ ਨੇ ਉਹ ਆਪਾਂ ਵਿਚਾਰਾਂਗੇ। ਅਤੇ ਇਹ ਪ੍ਰੋਗਰਾਮਾਂ ਦੇ ਜੋ ਮੇਨ ਕਰਤਾ ਧਰਤਾ ਨੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ, ਜੋ ਬੜੀ ਮਿਹਨਤ ਕਰਕੇ ਇਹ ਸਾਰਾ ਮਟੀਰੀਅਲ ਤੁਹਾਡੇ ਕੋਲ ਸਾਡੇ ਕੋਲ ਲਿਆਉਂਦੇ ਨੇ। ਉਹਨਾਂ ਨੇ ਇਹ ਸਦਾ ਸੀ, ਮੇਰੇ ਵੱਲੋਂ ਤਾਂ ਸਦਾ ਸੀ, ਉਹ ਕਬੂਲ ਕੀਤਾ ਹੈ ਅਤੇ ਉਹ ਤਿਆਰੀ ਵਿੱਚ ਨੇ। ਉਹਨਾਂ ਨੇ ਉਹ ਬਾਅਦ ਵਿੱਚ ਦੱਸਣਗੇ ਵੀ ਕਿ ਇਹਦੇ ਉੱਤੇ ਸਪੈਸ਼ਲ ਪ੍ਰੋਗਰਾਮ ਵੀ ਉਹ ਕਰ ਰਹੇ ਨੇ, ਜਿਸ ਤਰ੍ਹਾਂ ਅੱਗੇ ਵੀ ਉਹਨਾਂ ਕੀਤਾ ਹੈ ਪ੍ਰੋਗਰਾਮ, ਉਹ ਗੁਰੂ ਤੇਗ ਬਹਾਦਰ ਜੀਵਨ ਦੇ ਉੱਤੇ ਉਹ ਆਪ ਦੱਸਣਗੇ। ਸੋ ਅੱਜ ਸ਼ੁਰੂ ਕਰਦੇ ਹਾਂ ਭਾਈ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਕਾਲ ਤੋਂ, ਮੁੱਢਲੇ ਜੀਵਨ ਤੋਂ। ਸੋ ਭਾਈ ਸਾਹਿਬ ਜੀ ਪਹਿਲਾਂ ਫਤਿਹ ਮਨਜ਼ੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਜੋ ਸ਼ਤਾਬਦੀ ਆ ਰਹੀ ਹੈ ਉਹਦੇ ਵਾਸਤੇ ਜਿਸ ਤਰ੍ਹਾਂ ਆਪਾਂ ਬੇਨਤੀ ਕੀਤੀ ਸੀ ਪਿਛਲੇ ਹਫ਼ਤੇ ਵੀ, ਕੁਝ ਹਫ਼ਤੇ ਤੋਂ ਚੱਲ ਰਹੀ ਹੈ, ਪ੍ਰੋਮੋ ਵੀ ਚੱਲ ਰਹੀ ਹੈ, ਉਹਦੇ ਆਧਾਰ ਦੇ ਉੱਤੇ ਅੱਜ ਤੁਸੀਂ ਸਾਨੂੰ ਸ਼ੁਰੂ ਤੋਂ ਸਾਹਿਬ ਸੱਚੇ ਪਾਤਸ਼ਾਹ ਜੀਵਨ ਕਾਲ ਤੋਂ ਸ਼ੁਰੂ ਤੋਂ ਚਲੋ ਕਿ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਮਾਤਾ ਪਿਤਾ ਅਤੇ ਜਨਮ ਸਥਾਨ ਕਿੱਥੇ ਅਤੇ ਕਦੋਂ ਹੋਇਆ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰ ਨੇ ਤੇ 1 ਪੁੱਤਰੀ ਹੈ। 6 ਬੱਚੇ ਨੇ ਉਹਨਾਂ ਦੇ
ਤੇ ਗੁਰੂ ਹਰਗੋਬਿੰਦ ਸਾਹਿਬ ਉਸ ਵੇਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਹੋਇਆ। ਉਸ ਜਗ੍ਹਾ ਤੇ ਇਸ ਸਮੇਂ ਗੁਰੂ ਕੇ ਮਹਿਲ ਗੁਰਦੁਆਰਾ ਬਣਿਆ ਹੋਇਆ ਹੈ। ਸਾਡੇ ਦਰਸ਼ਕ ਸਾਡੀ ਸਕਰੀਨ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਤਸਵੀਰ ਦੇਖ ਰਹੇ ਨੇ, ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ। ਭਾਈ ਸਾਹਿਬ ਜੀ ਇਹ ਕਲੀਅਰ ਕਰ ਦਿਓ, ਜਾਣ ਤੋਂ ਪਹਿਲਾਂ ਹਾਂਜੀ ਸ਼ੁਰੂ ਕਰਨ ਦਾ ਸ਼ੁਰੂ ਕੀਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਜਾਂ ਹੋਰ ਕਿਸੇ ਗੁਰੂ ਸਾਹਿਬ ਦਾ ਵੀ ਉਸ ਅੰਮ੍ਰਿਤਸਰ ਦੇ ਵਿੱਚ ਹੋਇਆ? ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਅੰਮ੍ਰਿਤਸਰ ਹੀ ਹੋਇਆ। ਜੀ। ਅੰਮ੍ਰਿਤਸਰ ਦੇ ਲਾਗੇ ਗੁਰੂ ਕੀ ਬਡਾਲੀ, ਉੱਥੇ ਹਾਂ, ਉਹਨਾਂ ਦਾ ਪ੍ਰਕਾਸ਼ ਹੋਇਆ। ਉੱਥੇ ਅੰਮ੍ਰਿਤਸਰ ਜਗ੍ਹਾ ਦੇ ਬਣੀ ਵਿੱਚ ਹੋਈ ਹੈ। ਹਾਂਜੀ, ਅੰਮ੍ਰਿਤਸਰ ਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੀ ਪ੍ਰਕਾਸ਼ ਹੋਇਆ। ਇਹ ਜਿਹੜਾ ਜੀ। ਸਥਾਨ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਰਿਹਾਇਸ਼ ਸੀ ਤੇ ਉਸ ਜਗ੍ਹਾ ਤੇ ਅੱਜ ਪੰਥ ਨੇ ਗੁਰਦੁਆਰਾ ਗੁਰੂ ਕੇ ਮਹਿਲ ਬਣਾਇਆ ਹੋਇਆ ਹੈ ਹੂੰ ਔਰ ਉੱਥੇ ਸਿੱਖ ਸੰਗਤਾਂ ਸ਼ਰਧਾ ਦੇ ਨਾਲ ਦਰਸ਼ਨ ਕਰਨ ਵਾਸਤੇ ਜਾਂਦੀਆਂ ਤੇ ਇਹ ਜਿਹੜੇ 400 ਸਾਲਾ ਸ਼ਤਾਬਦੀ ਸਮਾਗਮ ਨੇ ਇਹ ਵੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੀ ਕੇਂਦਰਿਤ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ। ਇਹ ਸਾਡੇ ਦਰਸ਼ਕਾਂ ਇਹਨਾਂ ਨੂੰ ਦੀ ਦੱਸੋਗੇ ਕਿ ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਤੋਂ ਕਿੰਨੀ ਕੁ ਦੂਰ ਹੈ? ਮੈਨੂੰ ਇਹਦੇ ਬਾਰੇ ਬਹੁਤੀ ਵਾਕਫੀਤ ਨਹੀਂ। ਇਹ ਬਾਜ਼ਾਰ ਦੇ ਵਿੱਚ ਹੈ। ਅੰਮ੍ਰਿਤਸਰ ਦੇ ਵਿੱਚ ਹੀ ਹੈ ਨਾ? ਹਾਂਜੀ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ। ਸ਼ਹਿਰ ਦੇ ਵਿੱਚ ਜੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ। ਇਹਨਾਂ ਜੀ ਦੀ ਮਾਤਾ ਜੀ ਜਿਹੜੀ ਹੈਗੀ ਹੈ ਉਹ ਮਾਤਾ ਨਾਨਕੀ ਜੀ ਹੈ ਤੇ ਮਾਤਾ ਨਾਨਕੀ ਜੀ ਦਾ ਜਿਹੜਾ ਪੇਕਾ ਪਿੰਡ ਹੈ ਉਹ ਬਕਾਲਾ ਹੈ ਤੇ ਬਕਾਲੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਨਕੇ ਨੇ। ਇਹਨਾਂ ਦਾ ਜਨਮ 1 ਅਪ੍ਰੈਲ 1621 ਨੂੰ ਇੱਥੇ ਇਸ ਥਾਂ ਦੇ ਉੱਤੇ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਇਹ ਸਭ ਤੋਂ ਛੋਟੇ ਉਹਨਾਂ ਦੇ ਸਾਹਿਬਜ਼ਾਦੇ ਵੀ ਸੀ, ਸਭ ਤੋਂ ਛੋਟੇ ਬੱਚੇ ਸਨ। ਬੀਬੀ ਬੀਰੋ ਜੀ ਇਹਨਾਂ ਤੋਂ ਵੱਡੇ ਸਨ ਤੇ ਜਨਮ ਸਮੇਂ ਹੀ ਕਹਿੰਦੇ ਨੇ ਪੁਰਾਤਨ ਜਿਹੜੇ ਹਵਾਲੇ ਮਿਲਦੇ ਨੇ, ਬਹੁਤ ਸਾਰੇ ਐਸੇ ਹਵਾਲੇ ਹੈ। ਮੈਂ ਪਿਛਲੇ ਹਫਤੇ ਵੀ ਡਾਕਟਰ ਸਾਹਿਬ ਆਪਾਂ ਇਹ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਬਹੁਤ ਸਾਰੇ ਸਰੋਤ ਗ੍ਰੰਥ ਨੇ ਉਹਨਾਂ ਦੇ ਮਿਲੇ ਜੁਲੇ ਹਵਾਲੇ ਨੇ, ਸਾਨੂੰ ਉਹਦੇ ਵਿੱਚੋਂ ਬਹੁਤ ਧਿਆਨ ਦੇ ਨਾਲ ਦੇਖਣਾ ਪੈਂਦਾ ਹੈ। ਮੈਂ ਡਾਕਟਰ ਗੰਡਾ ਸਿੰਘ ਹੋਰਾਂ ਦੇ ਹਵਾਲੇ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਗੱਲ ਆਖੀ। ਉਹ ਕਹਿਣ ਲੱਗੇ ਕਿ ਉਹ ਜਿਹੜੇ ਪੁਰਾਣੇ ਨੇ, ਬੇਸ਼ੱਕ ਉਹ ਸੂਰਜ ਪ੍ਰਕਾਸ਼ ਹੈ, ਪੰਥ ਪ੍ਰਕਾਸ਼ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਹੈ, ਬੰਸਾਵਲੀ ਨਾਵੇਂ ਨੇ ਜਾਂ ਇਸ ਤਰ੍ਹਾਂ ਦੇ ਹੋਰ ਗ੍ਰੰਥ ਨੇ ਜਿਹੜੇ ਉਹ ਕਵੀ ਨੇ ਲਿਖੇ ਨੇ ਤੇ ਜਦੋਂ ਕਵੀ ਲਿਖਦਾ ਹੈ ਤੇ ਕਵੀ ਦੀ ਕਵਿਤਾ ਦੀ ਇੱਕ ਆਪਣੀ ਉਡਾਰੀ ਹੁੰਦੀ ਹੈ ਤੇ ਉਸ ਉਡਾਰੀ ਦੇ ਤਹਿਤ ਹੀ ਕਈ ਵਾਰੀ ਉਸ ਗੱਲ ਨੂੰ ਉਹ ਅੱਗੇ ਪਿੱਛੇ ਜਾਂ ਵਧਾ ਚੜਾ ਕੇ ਵੀ ਕਰ ਦਿੰਦਾ ਹੈ ਤੇ ਸਾਡੀ ਇਹ ਸਮੱਸਿਆ ਬਣ ਗਈ ਕਿ ਅਸੀਂ ਉਸ ਕਵਿਤਾ ਨੂੰ ਇਤਿਹਾਸ ਸਮਝ ਬੈਠੇ। ਇਹ ਡਾਕਟਰ ਗੰਡਾ ਸਿੰਘ ਹੋਰਾਂ ਦੇ ਸ਼ਬਦ ਨੇ। ਉਹ ਇਤਿਹਾਸ ਹਵਾਲੇ ਤਾਂ ਹੈਗੇ ਨੇ, ਗੁਰੂ ਸਾਹਿਬਾਂ ਦੇ ਜੀਵਨ ਤੇ ਆਧਾਰਿਤ ਉਹ ਹੈ ਤਾਂ ਸਹੀ ਸਾਰਾ ਕੁਝ ਹੀ, ਪਰ ਉਹਨੂੰ ਪੂਰਨ ਤੌਰ ਤੇ ਇਤਿਹਾਸ ਨਹੀਂ ਮੰਨਿਆ ਜਾ ਸਕਦਾ। ਇਤਿਹਾਸ ਮੰਨਣ ਵਾਸਤੇ ਸਾਨੂੰ ਬਹੁਤ ਸਾਰੇ ਹੋਰ ਹਵਾਲੇ ਜਿਹੜੇ ਨੇ ਉਹ ਵੇਖਣੇ ਪੈਂਦੇ ਆ। ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਪੁਰਾਤਨ ਸਰੋਤ ਇਹ ਕਹਿੰਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਜਨਮ ਸਮੇਂ ਨਮਸਕਾਰ ਕੀਤੀ। ਜਦੋਂ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ ਇਹ ਤੁਸੀਂ ਕੀ ਕਰਨ ਲੱਗੇ ਹੋ, ਇਹ ਤੁਸੀਂ ਇਹਨੂੰ ਨਮਸਕਾਰ ਕੀਤੀ ਇਸ ਬੱਚੇ ਨੂੰ, ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਵੀ ਇਹ ਬੜਾ ਵੱਡਾ ਯੋਧਾ ਹੋਏਗਾ, ਇਹ ਗੁਰੂ ਨਾਨਕ ਦੀ ਸਿੱਖੀ ਦਾ ਨਾਮ ਬਹੁਤ ਦੂਰ ਦੂਰ ਤੱਕ ਫੈਲਾਏਗਾ, ਇਹ ਐਸਾ ਕੰਮ ਕਰੇਗਾ ਜਿਹੜੀ ਪੂਰੀ ਦੁਨੀਆ ਵਿੱਚ ਜਿਹਦੀ ਮਿਸਾਲ ਨਹੀਂ ਮਿਲਦੀ। ਗੁਰੂ ਸਾਹਿਬ ਜਾਣੀ ਜਾਣ ਹੁੰਦੇ ਨੇ, ਉਹਨਾਂ ਨੂੰ ਤ੍ਰੈਲੋਕੀ ਦਾ ਗਿਆਨ ਹੁੰਦਾ ਹੈ, ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ। ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਦੇ ਜਨਮ ਤੋਂ ਹੀ ਉਹਨਾਂ ਨਾਲ ਸੰਬੰਧਿਤ ਸਨ। ਕਹਿੰਦੇ ਨੇ ਵੀ ਬਚਪਨ ਤੇ ਹੀ ਉਹ ਧਿਆਨ 'ਚ ਬੈਠ ਜਾਂਦੇ ਹੁੰਦੇ ਸਨ। ਚੌਂਕੜੀ ਮਾਰ ਕੇ ਐਸਾ ਬੈਠਣਾ, ਦੇਖਣ ਵਾਲੇ ਸਮਝਦੇ ਸੀ ਕਿ ਸਮਾਧੀ 'ਚ ਬੈਠ ਗਏ ਨੇ। ਉਹ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ ਸਨ। ਬਿਰਤੀ ਏਡੀ ਤਿਆਗ ਵਾਲੀ ਸੀ, ਬੇਸ਼ੱਕ ਨਾ ਜਨਮ ਤੋਂ ਹੀ ਤੇਗ ਬਹਾਦਰ ਸੀ। ਇਤਿਹਾਸਕ ਘਟਨਾ ਆਉਂਦੀ ਹੈ ਕਿ 4 ਕੁ ਸਾਲ ਦੀ ਉਮਰ ਸੀ ਇਹਨਾਂ ਦੀ ਜਦੋਂ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋਣਾ ਸੀ ਤੇ ਮਾਤਾ ਨਾਨਕੀ ਜੀ ਨੇ ਬਰਾਤ ਵਿੱਚ ਜਾਣ ਵਾਸਤੇ ਬਹੁਤ ਪਿਆਰ ਦੇ ਨਾਲ ਰੇਸ਼ਮ ਦਾ ਜੋੜਾ, ਕੈਂਠਾ ਤੇ ਸੋਨੇ ਦੇ ਕੰਗਣ ਤਿਆਰ ਕਰਵਾ ਕੇ ਇਹਨਾਂ ਨੂੰ ਦਿੱਤੇ। ਇਹ ਪਹਿਨ ਕੇ ਤੇ ਦਿਖਾਉਣ ਵਾਸਤੇ ਬਾਹਰ ਗਏ। ਜਦੋਂ ਬਾਹਰ ਨਿਕਲ ਕੇ ਵੇਖਦੇ ਨੇ, ਇੱਕ ਛੋਟਾ ਜਿਹਾ ਬੱਚਾ ਵੇਖਦੇ ਹੈ ਜਿਹਦੇ ਪਾਉਣ ਵਾਸਤੇ ਕੱਪੜਾ ਵੀ ਕੋਈ ਨਹੀਂ ਸੀ, ਬੜਾ ਹੀ ਨੰਗਾ ਹੀ ਤੁਰਿਆ ਫਿਰਦਾ ਸੀ। ਇਹ ਉਹਨੂੰ ਪੁੱਛਦੇ ਆ ਵੀ ਤੂੰ ਕੱਪੜੇ ਕਿਉਂ ਨਹੀਂ ਪਾਏ?
ਤੇ ਉਹ ਕਹਿੰਦਾ ਮੇਰੇ ਕੋਲ ਤਾਂ ਹੈ ਹੀ ਨਹੀਂ, ਮੇਰੇ ਮਾਂ-ਬਾਪ ਬਹੁਤ ਗਰੀਬ ਹੈ, ਸਾਡੇ ਕੋਲ ਪਹਿਨਣ ਵਾਸਤੇ ਕੱਪੜੇ ਨਹੀਂ। ਤੇ ਉਹ ਆਪਣਾ ਰੇਸ਼ਮੀ ਸਾਰੇ ਬਸਤਰ, ਆਪਣਾ ਕੈਂਠਾ ਤੇ ਆਪਣੇ ਸੋਨੇ ਦੇ ਕੰਗਣ ਜਿਹੜੇ ਸੀ ਮਾਤਾ ਨੇ ਬਣਾਏ ਬੜੇ ਪਿਆਰ ਨਾਲ, ਉਹ ਬੱਚੇ ਨੂੰ ਦੇਖ ਕੇ ਖਾਲੀ ਹੱਥੀਂ ਵਾਪਸ ਆ ਜਾਂਦਾ। ਤੇ ਮਾਤਾ ਪੁੱਛਦੀ ਜੀ ਆ ਵੀ ਬੇਟਾ ਤੈਨੂੰ ਮੈਂ ਇੰਨਾ ਕੀਮਤੀ ਸਮਾਨ ਦਿੱਤਾ ਸੀ, ਉਹ ਕਿੱਥੇ ਗਿਆ? ਉਹਨੂੰ ਕਹਿੰਦੇ ਨੇ ਕਿ ਮੈਨੂੰ ਇੱਕ ਬਾਹਰ ਇੱਕ ਗਰੀਬ ਬੱਚਾ ਮਿਲ ਗਿਆ ਸੀ, ਉਹਦੇ ਕੋਲੇ ਕੁਝ ਵੀ ਨਹੀਂ ਸੀ, ਤੁਸੀਂ ਤਾਂ ਮੈਨੂੰ ਦੁਬਾਰਾ ਬਣਵਾ ਦਿਓਗੇ, ਪਰ ਉਹਦੇ ਕੋਲ ਤਾਂ ਇੰਨੀ ਹਿੰਮਤ ਹੀ ਨਹੀਂ ਸੀ ਕਿ ਉਹ ਬਣਾ ਸਕਦਾ, ਇਸ ਕਰਕੇ ਮੈਂ ਉਹਨੂੰ ਹੀ ਇਹ ਸਾਰਾ ਕੁਝ ਦੇ ਆਇਆ, ਉਸ ਗਰੀਬ ਬੱਚੇ ਨੂੰ। ਤੇ ਮਾਤਾ ਨੇ ਆਖਿਆ ਫਿਰ ਬੇਟਾ ਤੂੰ ਤਾਂ ਤਿਆਗ ਦੀ ਮੂਰਤ ਹੈ। ਉੱਥੋਂ ਹੀ ਹੂੰ ਕੁਝ ਇਤਿਹਾਸਕ ਹਵਾਲਿਆਂ ਨੇ ਉਹਨਾਂ ਦਾ ਨਾਮ ਬਾਬਾ ਤਿਆਗਮੱਲ ਵੀ ਪ੍ਰਚਲਿਤ ਕਰ ਦਿੱਤਾ, ਤੇ ਕਈਆਂ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਦਾ ਬਚਪਨ ਤੋਂ ਨਾਂ ਹੀ ਤਿਆਗਮੱਲ ਸੀ। ਮੇਰੀ ਸਮਝ ਦੇ ਮੁਤਾਬਕ ਇਹ ਉਹਨਾਂ ਦਾ ਜਿਹੜਾ ਸੀ ਤਖੱਲਸ ਇੱਕ ਕਿਸਮ ਦਾ ਬਣ ਗਿਆ, ਕਿਉਂਕਿ ਉਹ ਬਚਪਨ ਤੋਂ ਹੀ ਇਹੋ ਜਿਹੀ ਬਿਰਤੀ ਦੇ ਸਨ, ਧਿਆਨ 'ਚ ਰਹਿੰਦੇ ਸਨ, ਵਾਹਿਗੁਰੂ ਦੀ ਸਿਫਤ ਸਲਾਹ 'ਚ ਬੈਠਦੇ ਸਨ, ਕੀਰਤਨ ਸਰਵਣ ਕਰਦੇ ਸਨ, ਹੋਰ ਸਾਰੀ ਵਿਦਿਆ ਪ੍ਰਾਪਤ ਕਰਦੇ ਸਨ, ਪਰ ਬਹੁਤ ਸਮਾਂ ਚੁੱਪ ਤੇ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਸਨ। ਆਮ ਬੱਚਿਆਂ ਦੀ ਤਰ੍ਹਾਂ ਬਹੁਤਾ ਖੇਲਣ ਕੁੱਦਣ ਵਾਸਤੇ ਬਾਹਰ ਭੱਜ ਨੱਠ ਨਹੀਂ ਕਰਦੇ ਸਨ। ਇਹ ਇਹਨਾਂ ਦਾ ਬਚਪਨ ਹੈ ਡਾਕਟਰ ਸਾਹਿਬ। ਹਾਂਜੀ। ਬਚਪਨ ਦੇ ਵਿੱਚ ਹੀ ਸਾਹਿਬ ਸੱਚੇ ਪਾਤਸ਼ਾਹ ਜੀ ਭਗਤੀ ਭਾਵ ਦੇ ਵਿੱਚ ਸਦਾ ਹੀ ਮਸਤ ਰਹਿੰਦੇ, ਅਤੇ ਇਹਨਾਂ ਦਾ ਬਚਪਨ ਅੰਮ੍ਰਿਤਸਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇਖ ਰੇਖ ਹੋਇਆ। ਭਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਦਿਆ, ਸ਼ਾਸਤਰ ਵਿਦਿਆ ਜਾਂ ਵਿਦਿਆਵਾਂ ਜਿਹੜੀਆਂ ਉਹਨਾਂ ਦੀ ਸਿੱਖਿਆ ਕਿਸੇ ਖਾਸ ਬੰਦੇ ਤੋਂ ਪ੍ਰਾਪਤ ਕੀਤੀ, ਜਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਹੀ ਮਿਲੀ? ਡਾਕਟਰ ਸਾਹਿਬ 9 ਸਾਲ ਦੀ ਉਮਰ ਤੱਕ ਇਹ ਅੰਮ੍ਰਿਤਸਰ ਸਾਹਿਬ ਰਹੇ। 1621 ਚ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਤੇ 1630 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਚਲੇ ਜਾਂਦੇ ਨੇ। ਇਹ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਕੋਲ ਆ, ਪਾਕਿਸਤਾਨ ਵਾਲਾ ਨਹੀਂ, ਜਿਹੜਾ ਜਲੰਧਰ ਦੇ ਕੋਲ ਕਰਤਾਰਪੁਰ ਹੈ, ਇਸ ਕਰਤਾਰਪੁਰ ਸ਼ਹਿਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਸਾਇਆ ਸੀ। ਗੁਰੂ ਅਰਜਨ ਸਾਹਿਬ ਨੇ ਜਿੱਥੇ ਚੱਕ ਗੁਰੂ ਰਾਮਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਉਸਾਰੀ ਕੰਪਲੀਟ ਕੀਤੀ, ਤਰਨ ਤਾਰਨ ਨਗਰ ਵਸਾਇਆ, ਤੇ ਉਹਦੇ ਨਾਲ ਹੀ ਕਰਤਾਰਪੁਰ ਸ਼ਹਿਰ ਜਿਹੜਾ ਸੀ ਉਹਦੀ ਵੀ ਉਸਾਰੀ ਕਰਵਾਈ ਸੀ। ਕਰਤਾਰਪੁਰ ਦੇ ਵਿੱਚ ਬਹੁਤ ਜ਼ਿਆਦਾ, ਕਿਉਂਕਿ ਗੁਰੂ ਸਾਹਿਬ ਨੇ ਆਪ ਆਪਣੇ ਹੱਥੀਂ ਸ਼ਹਿਰ ਬਣਾਇਆ ਸੀ, ਬਹੁਤ ਸਾਰੇ ਸਿੱਖ ਉੱਥੇ ਸੰਗਤ ਰਹਿੰਦੀ ਸੀ। 1630 ਦੇ ਵਿੱਚ, ਕਿਉਂਕਿ ਪਹਿਲੀ ਲੜਾਈ ਗੁਰੂ ਹਰਗੋਬਿੰਦ ਸਾਹਿਬ ਦੀ ਮੁਗਲਾਂ ਦੇ ਨਾਲ 1628 ਦੇ ਵਿੱਚ ਹੁੰਦੀ ਹੈ, ਜਿਸ ਵੇਲੇ ਬੀਬੀ ਬੀਰੋ ਦਾ ਆਨੰਦ ਕਾਰਜ ਹੋਣਾ ਸੀ, ਤੇ ਉਸ ਤੋਂ ਬਾਅਦ ਦੂਜੀ ਲੜਾਈ 1630 ਦੇ ਵਿੱਚ ਹੁੰਦੀ ਹੈ, ਤੇ 1630 ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਕਰਤਾਰਪੁਰ ਆ ਜਾਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਪਰਿਵਾਰ ਦੇ ਨਾਲ ਕਰਤਾਰਪੁਰ ਹੀ ਆ ਜਾਂਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਰੀ ਸਿੱਖਿਆ, ਸ਼ਸਤਰ ਵਿਦਿਆ ਦੀ ਵੀ, ਦੂਸਰੀ ਸਿੱਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਹੇਠ ਉਸ ਸਮੇਂ ਦੇ ਵਿਦਵਾਨਾਂ ਰਾਹੀਂ ਪ੍ਰਾਪਤ ਹੋਈ। ਡਾਕਟਰ ਸਾਹਿਬ ਇੱਕ ਗੱਲ, ਜਦੋਂ ਅਸੀਂ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਕਰਦੇ ਹਾਂ ਨਾ, ਕਿ ਬਚਪਨ ਦੇ ਵਿੱਚ ਹੀ ਉਹ ਬਹੁਤ ਰੂਹਾਨੀ ਤੌਰ ਦੇ ਉੱਤੇ ਜੁੜੇ ਹੋਏ ਸਨ। ਮੈਂ ਕਈ ਵਾਰ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੰਨੇ ਵੀ ਬੱਚੇ ਸਨ, ਵੈਸੇ ਤਾਂ ਬਾਕੀ ਗੁਰੂ ਸਾਹਿਬਾਂ ਦੇ ਵੀ, ਜਿੰਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੱਚੇ ਸਨ, ਉਹ ਸਾਰੇ ਹੀ ਉੱਚੀ ਆਤਮਿਕ ਅਵਸਥਾ ਵਾਲੇ ਸਨ। ਬਾਬਾ ਅਟਲ ਜੀ ਬਾਰੇ ਸਾਨੂੰ ਪਤਾ ਹੈ, ਬਾਬਾ ਗੁਰਦਿੱਤਾ ਜੀ ਬਾਰੇ ਸਾਨੂੰ ਪਤਾ ਹੈ, ਸਾਨੂੰ ਬਾਕੀ ਬਾਬਾ ਜਿਹੜੇ ਸਨ ਸੂਰਜਮਲ, ਬਾਬਾ ਅਣੀ ਰਾਏ ਜੀ, ਉਹਨਾਂ ਬਾਰੇ ਸਾਨੂੰ ਪਤਾ ਹੈ ਕਿ ਉਹ ਕਿੱਡੀਆਂ ਕਿੱਡੀਆਂ ਉੱਚੀਆਂ ਆਤਮਿਕ ਅਵਸਥਾ ਦੇ ਮਾਲਕ ਸਨ। ਬਾਬਾ ਅਟਲ ਰਾਏ ਜਦੋਂ ਬਚਪਨ ਦੇ ਵਿੱਚ ਹੀ ਇੱਕ ਭੁਲੇਖੇ ਦੇ ਵਿੱਚ ਹੀ ਕਰਾਮਾਤ ਕਰ ਦਿੰਦੇ ਨੇ, ਤੇ ਗੁਰੂ ਪਿਤਾ ਦੇ ਵਰਜਨ ਤੋਂ ਬਾਅਦ ਆਪ ਹੀ ਚਾਦਰ ਲੈ ਕੇ ਆਪਣਾ ਸਰੀਰ ਤਿਆਗ ਦਿੰਦੇ ਨੇ। ਇਸੇ ਤਰ੍ਹਾਂ ਹੀ ਬਾਬਾ ਗੁਰਦਿੱਤਾ ਜੀ ਨਾਲ ਵੀ ਹੋਇਆ ਸੀ। ਸਾਰੇ ਦੇ ਸਾਰੇ ਔਲਾਦ ਜਿਹੜੀ ਸੀ ਗੁਰੂ ਸਾਹਿਬ ਦੀ, ਉਹ ਉੱਚੀ ਆਤਮਿਕ ਅਵਸਥਾ ਵਾਲੇ ਤੇ ਸਹਿਜ ਸੁਭਾਅ ਦੇ ਵਿੱਚ ਹੀ ਬੜੀਆਂ ਬੜੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਸਨ। ਕਿਉਂਕਿ ਅੱਜ ਸਾਡਾ ਵਿਸ਼ਾ ਇਹ ਨਹੀਂ ਹੈ, ਸਾਡੇ ਕੋਲ ਤਕਰੀਬਨ 7 ਪ੍ਰੋਗਰਾਮ ਨੇ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਤੱਕ। ਉਹਦੇ ਵਿੱਚ 3 ਜਾਂ 4 ਪ੍ਰੋਗਰਾਮ ਅਸੀਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਕਰਾਂਗੇ, ਇੱਕ ਉਚੇਚਾ ਪ੍ਰੋਗਰਾਮ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਕਰਾਂਗੇ, ਉਸ ਤੋਂ ਬਾਅਦ
ਉਹਨਾਂ ਦੀ ਬਾਣੀ, ਉਹਨਾਂ ਦਾ ਸਿਧਾਂਤ, ਉਹਨਾਂ ਦੀਆਂ ਸਿੱਖਿਆਵਾਂ 'ਤੇ ਪ੍ਰੋਗਰਾਮ ਕਰਾਂਗੇ। ਇਸ ਕਰਕੇ ਅਸੀਂ ਬਰੀਫ ਦੇ ਵਿੱਚ ਹੀ ਡਾਕਟਰ ਸਾਹਿਬ ਗੱਲ ਕਰ ਸਕਣੀ ਹੈ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਗੁਰੂ ਪਿਤਾ ਤੇ ਮਾਤਾ ਤੇ ਬਾਕੀ ਦੇ ਪਰਿਵਾਰ ਦੇ ਨਾਲ ਕਰਤਾਰਪੁਰ ਆ ਜਾਂਦੇ ਨੇ 1630 ਦੇ ਵਿੱਚ, 9 ਸਾਲ ਦੀ ਉਮਰ ਦੇ ਵਿੱਚ, ਤੇ ਇੱਥੇ ਹੀ ਉਹਨਾਂ ਦੀ ਸਾਰੀ ਜਿਹੜੀ ਵਿੱਦਿਆ ਹੋ ਰਹੀ ਹੈ, ਉਹਨਾਂ ਦੀ ਤਿਆਰੀ ਹੋ ਰਹੀ ਹੈ। ਤੇ 11 ਸਾਲ ਦੀ ਉਮਰ ਦੇ ਵਿੱਚ ਇੱਥੇ ਆਪਣੇ ਕਰਤਾਰਪੁਰ ਹੀ 1632 ਨੂੰ ਭਾਈ ਨੰਦ ਲਾਲ ਜੀ ਤੇ ਮਾਤਾ ਬਿਸ਼ਨ ਕੌਰ ਦੀ ਪੁੱਤਰੀ ਗੁਜਰੀ ਜੀ ਦੇ ਨਾਲ ਇਹਨਾਂ ਦਾ ਆਨੰਦ ਕਾਰਜ ਹੋ ਜਾਂਦਾ ਹੈ। ਉਸ ਵੇਲੇ ਇਹਨਾਂ ਦੀ ਉਮਰ 11 ਸਾਲ ਹੈ ਤੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਦੇ ਕੋਲ ਰਹਿ ਕੇ ਉਹਨਾਂ ਪਾਸ ਹੀ ਜਿਹੜੀ ਅਗਲੀ ਤਿਆਰੀ ਹੈ, ਉਹਨਾਂ ਦੀ ਵਿੱਦਿਆ ਹੈ, ਉਹਨਾਂ ਦੀ ਪਰਵਰਿਸ਼ ਹੈ, ਉਹਨਾਂ ਨੂੰ ਜਿਹੜੇ ਸੰਸਕਾਰ ਦੇਣੇ ਨੇ। ਬੇਸ਼ੱਕ ਉਹ ਬਹੁਤ ਚੰਗੇ ਗੁਰਸਿੱਖ ਪਰਿਵਾਰ ਦੇ ਵਿੱਚੋਂ ਆਏ ਸਨ ਗੁਜਰੀ ਜੀ। ਮਾਤਾ ਬਿਸ਼ਨ ਕੌਰ ਜੀ ਤੇ ਭਾਈ ਨੰਦ ਲਾਲ ਜੀ ਜਿਹੜੇ ਸਨ, ਉਹ ਗੁਰੂ ਸਾਹਿਬ ਦੇ ਬੜੇ ਨੇੜੇ ਦੇ ਗੁਰਸਿੱਖ ਸਨ। ਉਹਨਾਂ ਨੇ ਬੇਨਤੀ ਕਰਕੇ ਇਹ ਰਿਸ਼ਤਾ ਮੰਗਿਆ ਸੀ ਤੇ ਇਸ ਤਰੀਕੇ ਦੇ ਨਾਲ ਇਹਨਾਂ ਦਾ ਆਨੰਦ ਕਾਰਜ 11 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਵਿਖੇ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਜਦੋਂ 1634 ਨੂੰ ਪੈਂਦੇ ਖਾਂ ਤੇ ਲਾਹੌਰ ਦੇ ਸੂਬੇਦਾਰ ਦੇ ਹੁਕਮ ਨਾਲ ਜਲੰਧਰ ਦਾ ਜਿਹੜਾ ਫੌਜਦਾਰ ਕਾਲੇ ਖਾਂ ਸੀ, ਕਾਲੇ ਖਾਂ ਨੂੰ ਲੈ ਕੇ ਪੈਂਦੇ ਖਾਂ ਜਦੋਂ ਕਰਤਾਰਪੁਰ ਦੇ ਉੱਤੇ ਹਮਲਾ ਕਰਦਾ ਹੈ ਤੇ ਉਸ ਵੇਲੇ ਗੁਰੂ ਪਿਤਾ ਨੇ ਆਪਣੇ ਸਿੱਖਾਂ ਰਾਹੀਂ ਉਹਦਾ ਮੁਕਾਬਲਾ ਕੀਤਾ ਤੇ 13-14 ਸਾਲ ਦੀ ਉਮਰ 'ਚ ਇਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੰਗ ਦੇ ਵਿੱਚ ਬੜੇ ਹੀ ਆਪਣੇ ਜ਼ੋਹਰ ਦਿਖਾਏ, ਬੜੀ ਬਹਾਦਰੀ ਦੇ ਨਾਲ ਲੜੇ। ਵੈਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਵੇਖਿਆ ਜਾਏ ਤੇ ਉੱਪਰੋਂ ਵੇਖਣ ਨੂੰ ਇਵੇਂ ਲੱਗਦਾ ਹੈ ਕਿ ਇਹ ਤੇ ਸ਼ਾਂਤੀ ਦੇ ਪੁੰਜ ਨੇ, ਇਹ ਤਾਂ ਬਹੁਤ ਹੀ ਨਿਮਰਤਾ ਵਾਲੇ ਨੇ, ਇਹ ਤਾਂ ਬਹੁਤ ਹੀ ਤਿਆਗ ਵਾਲੇ ਨੇ। ਜਦੋਂ ਉਹਨਾਂ ਦੀ ਬਾਣੀ ਵੀ ਪੜ੍ਹਦੇ ਆ ਤੇ ਉਹ ਬਹੁਤ ਬੈਰਾਗਮਈ ਬਾਣੀ ਆ ਉਹਨਾਂ ਦੀ, ਉਹ ਸਾਰੀ ਦੀ ਸਾਰੀ ਜਿਹੜੀ ਹੈ। ਤੇ ਇਹ ਸ਼ਖਸੀਅਤਾਂ ਹੋਣ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾਨ ਦੇ, ਤਲਵਾਰ ਦੇ ਕਿੰਨੇ ਧਨੀ ਸਨ, ਤੇਗ ਦੇ ਕਿੰਨੇ ਧਨੀ ਸਨ, ਇਸ ਗੱਲ ਦਾ ਉਹਨਾਂ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਇਹ ਨਮੂਨਾ ਪੇਸ਼ ਕੀਤਾ। ਤੇ ਗੁਰੂ ਪਿਤਾ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਛਾਤੀ ਨਾਲ ਲਾ ਕੇ, ਬੇਟਾ ਤੂੰ ਤੇ ਸੱਚਮੁੱਚ ਹੀ ਤੇਗ ਬਹਾਦਰ ਹੈ। ਜਿਸ ਤਰੀਕੇ ਨਾਲ ਬਹਾਦਰੀ ਨਾਲ ਤੂੰ ਅੱਜ ਮੈਦਾਨ ਦੇ ਵਿੱਚ ਤੇਗ ਵਾਹੀ ਹੈ, ਇਸ ਕਰਕੇ ਤੂੰ ਸੱਚਮੁੱਚ ਹੀ ਤੇਗ ਬਹਾਦਰ ਹੈ। ਬਹੁਤ ਬਹਾਦਰੀ ਨਾਲ ਇਹ ਲੜਾਈ ਤੁਸੀਂ ਲੜੀ ਹੈ। ਇਹ ਘਟਨਾਵਾਂ ਜਿਹੜੀਆਂ ਨੇ ਇਹ ਕਰਤਾਰਪੁਰ ਦੀਆਂ ਹਨ ਡਾਕਟਰ ਸਾਹਿਬ। ਹਾਂਜੀ। ਸੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਵਿੱਚ ਕਰਤਾਰਪੁਰ ਆ ਜਾਂਦੇ ਨੇ। ਇੱਥੇ ਉਹਨਾਂ ਦਾ ਆਨੰਦ ਕਾਰਜ ਹੁੰਦਾ ਹੈ 11 ਸਾਲ ਦੀ ਉਮਰ ਵਿੱਚ। ਇੱਥੇ ਹੀ ਜਿਹੜੀ ਭਾਈ ਸਾਹਿਬ ਨੇ ਹੁਣ ਦੱਸਿਆ ਕਿ ਪੈਂਦੇ ਖਾਂ ਵਾਲੀ ਜੰਗ, ਜਿਹਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਜਿਹਨੂੰ ਹੱਥੀਂ ਪਾਲਿਆ ਸੀ, ਉੱਥੇ ਉਹਦੇ ਨਾਲ ਘਮਸਾਨ ਦਾ ਜੰਗ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਜੰਗ ਦੇ ਵਿੱਚ 13-14 ਸਾਲ ਦੀ ਉਮਰ ਵਿੱਚ ਲੜੇ। ਆਪਣੇ ਵਿਦਿਆ ਦੇ ਕਰਤੱਵ ਦਿਖਾਲੇ ਅਤੇ ਉਸ ਤੋਂ ਉਪਰੰਤ ਭਾਈ ਸਾਹਿਬ ਜੀ ਇੱਥੇ ਕਰਤਾਰਪੁਰ ਕਿੰਨਾ ਚਿਰ ਠਹਿਰੇ, ਤਾਂ ਉਸ ਤੋਂ ਬਾਅਦ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਗਏ ਨੇ? ਕਰਤਾਰਪੁਰ 1630 ਤੋਂ ਲੈ ਕੇ 1634 ਤੱਕ ਠਹਿਰੇ। 1634 ਦੀ ਕਰਤਾਰਪੁਰ ਵਾਲੀ ਲੜਾਈ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਚਲੇ ਜਾਂਦੇ ਨੇ। ਕੀਰਤਪੁਰ ਜਦੋਂ ਇੱਧਰ ਮਾਝੇ ਦੇ ਵਿੱਚ ਤੇ ਦੁਆਬੇ ਦੇ ਵਿੱਚ ਜੰਗ ਯੁੱਧ ਹੋਣੇ ਸ਼ੁਰੂ ਹੋਏ, 2 ਲੜਾਈਆਂ ਹੋ ਗਈਆਂ। 1630 ਨੂੰ ਜਦੋਂ ਇਹ ਆਪ ਕਰਤਾਰਪੁਰ ਆ ਗਏ ਤੇ ਉਹਨਾਂ ਨੇ ਆਪਣੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸ਼ਹਿਰ ਬਸਾਉਣ ਵਾਸਤੇ ਭੇਜਿਆ। ਕੀਰਤਪੁਰ ਸ਼ਹਿਰ ਅਨੰਦਪੁਰ ਸਾਹਿਬ ਤੋਂ 5 ਮੀਲ ਦੂਰ ਹੈ, ਦਰਿਆ ਦੇ ਕੰਢੇ ਉੱਤੇ ਹੈ। ਅਸੀਂ ਸਾਰੇ ਉੱਥੇ ਜਾਂਦੇ ਹਾਂ, ਦਰਸ਼ਨ ਕਰਦੇ ਹਾਂ। ਇਸ ਅਸਥਾਨ ਤੇ ਜੰਗਲ ਦੇ ਵਿੱਚ ਬਾਬਾ ਬੁੱਢਣ ਸ਼ਾਹ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਘਰ ਦਾ ਮੁਰੀਦ ਸੀ, ਉਹ ਬੈਠਾ ਸੀ ਤੇ ਬਾਕੀ ਦੇ ਗੁਰੂ ਸਾਹਿਬ ਵੀ ਸਮੇਂ-ਸਮੇਂ ਜਦੋਂ ਕਿਤੇ ਪ੍ਰਚਾਰ ਦੌਰਿਆਂ ਤੇ ਜਾਂਦੇ ਸਨ, ਉੱਧਰ ਗੇੜਾ ਮਾਰਦੇ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਨੂੰ ਇਹ ਹਦਾਇਤ ਕਰਕੇ ਕਿ ਤੁਸੀਂ ਉਸ ਇਲਾਕੇ 'ਚ ਇੱਕ ਨਵੇਂ ਨਗਰ ਦੀ ਉਸਾਰੀ ਕਰੋ। ਤੇ 1630 ਦੇ ਵਿੱਚ ਕੀਰਤਪੁਰ ਸਾਹਿਬ ਜਿਹੜਾ ਹੈ, ਉਹਦੀ ਉਸਾਰੀ ਬਾਬਾ ਗੁਰਦਿੱਤਾ ਜੀ ਨੇ ਸ਼ੁਰੂ ਕਰ ਦਿੱਤੀ ਸੀ। ਉਹਦਾ ਕਾਰਨ ਇਹ ਹੈ ਕਿ ਜਦੋਂ ਇੱਧਰ ਜੰਗਾਂ ਯੁੱਧਾਂ ਤੇ ਹਕੂਮਤ ਦੇ ਨਾਲ
ਟਾਕਰੇ ਹੋਣੇ ਸ਼ੁਰੂ ਹੋ ਗਏ ਸਨ, ਫਿਰ ਲਾਜ਼ਮੀ ਸੀ ਕਿ ਇਸ ਲਹਿਰ ਨੂੰ, ਇਸ ਧਰਮ ਨੂੰ ਡਿਵੈਲਪ ਕਰਨ ਵਾਸਤੇ ਕੁਝ ਸਮਾਂ ਸ਼ਾਂਤੀ ਦਾ ਗੁਜ਼ਾਰਿਆ ਜਾਂਦਾ ਤੇ ਮੇਨ ਰਾਹਾਂ ਤੋਂ ਦੂਰ, ਜੰਗਾਂ ਯੁੱਧਾਂ ਤੋਂ ਦੂਰ, ਪਹਾੜਾਂ ਦੇ ਵਿੱਚ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ, ਦਰਿਆ ਦੇ ਕੰਢੇ ਤੇ ਕੀਰਤਪੁਰ ਸਾਹਿਬ ਵਸਾਇਆ। 1634 ਨੂੰ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਚਲੇ ਜਾਂਦੇ ਨੇ ਤੇ ਇਹ ਆਪਣੇ ਮਾਤਾ ਨਾਨਕੀ ਜੀ, ਜਿਹੜੇ ਗੁਰੂ ਤੇਗ ਬਹਾਦਰ ਦੀ ਮਾਤਾ ਜੀ ਸਨ, ਉਹਨਾਂ ਦੇ ਨਾਲ ਤੇਗ ਬਹਾਦਰ ਜੀ ਤੇ ਇਹਨਾਂ ਦੀ ਪਤਨੀ ਮਾਤਾ ਗੁਜਰੀ ਜੀ ਨੂੰ ਹਦਾਇਤ ਕਰਕੇ ਬਕਾਲੇ ਭੇਜ ਦਿੰਦੇ ਨੇ ਕਿ ਤੁਸੀਂ ਬਾਬਾ ਬਕਾਲਾ ਜਾ ਕੇ ਆਪਣਾ ਨਿਵਾਸ ਕਰੋ ਤੇ ਉੱਥੇ ਜਿਹੜਾ ਮਾਝੇ ਦੇ ਵਿੱਚ ਪ੍ਰਚਾਰ ਦਾ ਕੇਂਦਰ ਹੈ ਗੁਰਮਤਿ ਦਾ, ਉਹ ਸਥਾਪਿਤ ਕਰਕੇ ਉਹਨੂੰ ਚਲਾਓ। ਤੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਫਿਰ ਵਾਪਸ ਕੀਰਤਪੁਰ ਸਾਹਿਬ ਚਲੇ ਜਾਂਦੇ ਨੇ। ਹਾਂਜੀ। ਤੇ ਬਾਕੀ ਦੇ ਸਾਰਾ ਪਰਿਵਾਰ ਸਾਹਿਬਜ਼ਾਦੇ ਤੇ ਬਾਕੀ ਦਾ ਪਰਿਵਾਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹੀ ਕੀਰਤਪੁਰ ਸ਼ਿਫਟ ਹੋ ਗਿਆ ਸੀ। ਇਹ ਬਾਬਾ ਅਟਲ ਰਾਏ ਜੀ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ। ਹਾਂਜੀ। ਬੀਬੀ ਬੀਰੋ ਜੀ ਦਾ ਵਿਆਹ ਹੋ ਗਿਆ ਸੀ। ਬਾਬਾ ਜੀ। ਗੁਰਦਿੱਤਾ ਜੀ ਪਹਿਲਾਂ ਹੀ ਉੱਥੇ ਸਨ ਤੇ ਬਾਬਾ ਸੂਰਜਮਲ ਤੇ ਅਣੀ ਰਾਏ ਜੀ ਬਾਰੇ ਬਹੁਤਾ ਡੀਟੇਲਸ ਨਹੀਂ ਮਿਲਦੀਆਂ ਕਿ ਉਹਨਾਂ ਦਾ ਜਿਹੜਾ ਰਿਹਾਇਸ਼ ਹੈ ਉਹ ਕਿੱਥੇ ਸੀ। ਬੇਸ਼ੱਕ ਬਾਬਾ ਸੂਰਜਮਲ 1698 ਤੱਕ, ਖਾਲਸਾ ਸਾਜਨਾ ਤੋਂ 1 ਸਾਲ ਪਹਿਲਾਂ ਤੱਕ ਉਹ ਇਸ ਸਰੀਰ ਦੇ ਵਿੱਚ ਰਹੇ। 1698 ਨੂੰ ਉਹ ਆਪਣਾ ਸਰੀਰ ਤਿਆਗਦੇ ਹੈ। ਇਸੇ ਤਰ੍ਹਾਂ ਹੀ ਬਾਬਾ ਅਣੀ ਰਾਏ ਜਿਹੜੇ ਨੇ ਉਹ 1678 ਤੱਕ ਜਿਉਂਦੇ ਰਹੇ, ਪਰ ਉਹਨਾਂ ਬਾਰੇ ਬਹੁਤੀ ਜਿਹੜੀ ਡੀਟੇਲ ਹੈ ਉਹ ਪ੍ਰਾਪਤ ਨਹੀਂ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਜੀਵਨ ਵੱਲ ਆਈਏ ਕਿ ਬਾਬੇ ਬਕਾਲੇ ਵਿੱਚ ਸਤਿਗੁਰੂ ਉੱਥੇ ਉਹਨਾਂ ਨਿਵਾਸ ਕਰ ਲਿਆ ਅਤੇ ਉੱਥੇ ਰਹਿ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਜਿਸ ਦਾ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੈ ਉੱਥੇ ਭਗਤੀ ਕਰਦੇ ਨੇ। ਕੀ ਸਤਿਗੁਰੂ ਉੱਥੇ ਰਹਿ ਕੇ, ਕਿਉਂਕਿ ਜਵਾਨ ਉਮਰ ਸੀ ਉਸ ਵੇਲੇ, 1634 14-15 ਸਾਲ ਦੇ, ਸਤਿਗੁਰੂ ਕੀ ਉੱਥੇ ਬੈਠ ਕੇ ਖਲਪ ਉਹਨਾਂ ਦੇ ਵਿੱਚ ਭਗਤੀ ਕਰਦੇ ਰਹੇ ਜਾਂ ਪ੍ਰਚਾਰ ਦੌਰੇ ਵੀ ਕੀਤੇ? ਕਿਉਂਕਿ ਸਾਹਿਬਾਂ ਨੇ, ਛੇ ਪਾਤਸ਼ਾਹ ਨੇ ਆਖਿਆ ਸੀ ਕਿ ਇਹਨੂੰ ਪ੍ਰਚਾਰਕ ਸੈਂਟਰ ਬਣਾਉਣਾ ਹੈ ਮਾਝੇ ਦਾ। ਹਾਂਜੀ। ਤੇ ਕੀ ਸਤਿਗੁਰੂ ਪ੍ਰਚਾਰ ਦੌਰੇ ਤੇ ਵੀ ਉੱਥੋਂ ਉਹ ਪ੍ਰਚਾਰ ਵੀ ਕਰਦੇ ਰਹੇ ਜਾਂ ਉੱਥੇ ਭਗਤੀ ਕਰਦੇ ਰਹੇ? ਇਹਦੇ ਬਾਰੇ ਬਹੁਤ ਸਾਰੇ ਹਵਾਲੇ ਡਾਕਟਰ ਸਾਹਿਬ ਮਿਲਦੇ ਆ। ਇੱਕ ਗੱਲ ਯਾਦ ਰੱਖਣ ਯੋਗ ਹੈ ਕਿ 1634 ਨੂੰ ਇਹ ਪਰਿਵਾਰ ਸਮੇਤ ਬਾਬੇ ਬਕਾਲੇ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ 1644 ਨੂੰ ਜੋਤੀ ਜੋਤ ਸਮਾਉਂਦੇ ਨੇ ਕੀਰਤਪੁਰ ਸਾਹਿਬ। ਪੁਰਾਤਨ ਕੁਝ ਭੱਟਾਂ ਦੇ ਹਵਾਲੇ ਨੇ ਕਿ ਪਰਿਵਾਰ ਸਮੇਂ-ਸਮੇਂ ਕੀਰਤਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਵੀ ਕਰਦਾ, ਉਹਨਾਂ ਦੇ ਕੋਲ ਵੀ ਜਾਂਦੇ ਤੇ ਉਹਦੇ ਨਾਲ ਹੀ ਪੂਰਬ ਦੇਸ਼ ਦੇ ਵਿੱਚ ਪ੍ਰਚਾਰ ਦੌਰਿਆਂ ਤੇ ਵੀ ਇਹਨਾਂ ਦੀਆਂ ਡਿਊਟੀਆਂ ਲੱਗਦੀਆਂ ਸਨ। ਇਹ ਪ੍ਰਚਾਰ ਦੌਰੇ ਕਰਨ ਵਾਸਤੇ ਵੀ ਪੂਰਬ ਦੇਸ਼ ਜਿਹੜਾ ਅਸਾਮ, ਬੰਗਾਲ, ਬੰਗਲਾਦੇਸ਼ ਜਿਹੜਾ ਅੱਜ ਦਾ ਢਾਕਾ ਵਗੈਰਾ ਉੱਥੇ ਕੇਂਦਰ ਸੀ ਜਿਹੜਾ, ਉਧਰ ਉਹ ਜਾਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤਾਂ ਇਹ ਗੱਲ ਸੀ ਵੀ ਇੱਥੇ ਬਾਬਾ ਬਕਾਲੇ ਨੂੰ ਕੇਂਦਰ ਬਣਾ ਕੇ ਜਿੱਥੇ ਉਹਨਾਂ ਦੀ ਡਿਊਟੀ ਲੱਗਦੀ ਸੀ ਪ੍ਰਚਾਰ ਦੌਰਿਆਂ ਤੇ ਜਾਂਦੇ ਸਨ। ਉਸ ਤੋਂ ਬਾਅਦ ਜਦੋਂ 7ਵੇਂ ਪਾਤਸ਼ਾਹ ਗੁਰਗੱਦੀ ਤੇ ਬੈਠਦੇ ਨੇ, ਉਹਨਾਂ ਦੇ ਗੁਰਗੱਦੀ ਤੇ ਬੈਠਣ ਸਮੇਂ ਜਦੋਂ ਉਹ ਪ੍ਰਚਾਰ ਦੌਰਿਆਂ ਤੇ ਉੱਥੋਂ ਚੱਲਦੇ ਨੇ ਆਪਣਾ ਕੀਰਤਪੁਰ ਸਾਹਿਬ ਤੋਂ, ਗੁਰੂ ਹਰਗੋਬਿੰਦ ਸਾਹਿਬ ਆਪਣੇ ਨਾਲ ਪੂਰੀ ਫੌਜ ਰੱਖਦੇ ਸਨ, 2000 ਘੋੜਸਵਾਰ ਰੱਖਦੇ ਸਨ। ਆਪਣੇ ਤੋਂ ਬਾਅਦ ਗੁਰੂ ਹਰਿ ਸਾਹਿਬ ਨੂੰ ਗੁਰਗੱਦੀ ਦੇਣ ਸਮੇਂ ਵੀ ਹਦਾਇਤ ਕਰ ਗਏ ਸਨ, ਹਕੂਮਤ ਦਾ ਵਸਾਹ ਨਹੀਂ ਕਰਨਾ, ਆਪਣੇ ਕੋਲ ਹਮੇਸ਼ਾ ਆਪਣੀ ਸ਼ਕਤੀ, ਤਾਕਤ ਜਿਹੜੀ ਆਪਣੇ ਕੋਲ ਰੱਖਣੀ ਹੈ। 2000 ਘੋੜਸਵਾਰਾਂ ਦੀ ਫੌਜ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਸੀ ਤੇ ਇਸੇ ਕਰਕੇ ਉਹਨਾਂ ਨੇ ਪ੍ਰਚਾਰ ਦੌਰੇ ਵੀ ਬਹੁਤ ਘੱਟ ਕੀਤੇ ਕਿਉਂਕਿ ਸਾਰਿਆਂ ਨੂੰ ਨਾਲ ਲੈ ਕੇ ਬਾਹਰ ਜਾਣਾ ਪੈਂਦਾ ਸੀ। ਜਦੋਂ ਉਹ ਕੀਰਤਪੁਰ ਸਾਹਿਬ ਤੋਂ ਗਏ ਨੇ ਸੰਗਤਾਂ ਦੀ ਮੰਗ ਨੂੰ ਤੇ ਹਕੂਮਤ ਦੇ ਜ਼ੁਲਮ ਦੇ ਖਿਲਾਫ ਉਹਨਾਂ ਨੂੰ ਹੌਸਲਾ ਦੇਣ ਦੇ ਲਈ, ਇੱਧਰੋਂ ਹੁਸ਼ਿਆਰਪੁਰ ਵੱਲ ਦੀ ਹਰੀਆਂ ਬੇਲਾਂ ਹੋ ਕੇ ਕਰਤਾਰਪੁਰ ਆਏ ਨੇ। ਕਰਤਾਰਪੁਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਹੋਏ ਉਹ ਬਾਬੇ ਬਕਾਲੇ ਠਹਿਰੇ ਨੇ। ਬਾਬੇ ਬਕਾਲੇ ਗੁਰੂ ਹਰਿ ਸਾਹਿਬ ਠਹਿਰੇ ਨੇ ਤੇ ਗੁਰੂ ਹਰਿ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਤੀਜੇ ਲੱਗਦੇ ਨੇ। ਇੱਥੇ ਸ਼ਾਇਦ ਇਹ ਗੱਲ ਯੋਗ ਹੋਵੇ ਡਾਕਟਰ ਸਾਹਿਬ, ਭਾਈ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਤੋਂ ਬਾਅਦ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰਿ ਰਾਏ ਸਾਹਿਬ ਨੂੰ ਗੁਰਗੱਦੀ ਦੇ ਕੇ ਗੁਰੂ ਹਰਿ ਰਾਏ ਸਾਹਿਬ ਬਣਾਇਆ ਸੀ ਤੇ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ ਬਾਬਾ ਧੀਰਮਲ।
ਤੇ ਧੀਰਮਲ ਦੀ ਬਿਰਤੀ ਬਿਲਕੁਲ ਉਹੋ ਜੀ ਸੀ ਜਿਹੋ ਜੀ ਪ੍ਰਿਥੀ ਚੰਦ ਦੀ ਸੀ। ਜਿਵੇਂ ਗੁਰੂ ਰਾਮਦਾਸ ਜੀ ਨੇ ਆਪਣੇ ਤੋਂ ਬਾਅਦ ਗੁਰਗੱਦੀ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸੀ ਪ੍ਰਿਥੀ ਚੰਦ ਨੂੰ ਛੱਡ ਕੇ, ਤੇ ਪ੍ਰਿਥੀ ਚੰਦ ਗੁੱਸੇ ਹੋ ਗਿਆ ਸੀ ਤੇ ਆਪ ਕੁਝ ਨਹੀਂ ਕਰ ਸਕਿਆ, ਬਥੇਰੀਆਂ ਉਹਨੇ ਹੱਥ ਪੈਰ ਮਾਰੇ। ਬਾਅਦ ਚ ਆਪਣੇ ਪੁੱਤ ਮਿਹਰਵਾਨ ਨੂੰ ਦੀ ਗੱਦੀ ਲਾ ਕੇ ਉਹਨੂੰ ਮਤਲਬ ਗੁਰੂ ਬਣਾ ਕੇ ਬਿਠਾਇਆ, ਡੇਰਾ ਚਲਾਇਆ। ਇਸੇ ਤਰ੍ਹਾਂ ਹੀ ਜਦੋਂ ਧੀਰਮਲ ਦਾ ਜਿਹੜਾ ਛੋਟੇ ਭਰਾ ਨੂੰ ਗੁਰੂ ਹਰਿ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ ਗਈ ਤੇ ਧੀਰਮਲ ਵੀ ਗੁੱਸੇ ਹੋ ਕੇ ਕਰਤਾਰਪੁਰ ਆ ਗਿਆ ਤੇ ਇੱਥੇ ਆ ਕੇ ਉਹਨੇ ਗੱਦੀ ਲਾ ਲਈ। ਤੇ ਬਹੁਤ ਲੰਬਾ ਸਮਾਂ ਜਿਹੜਾ ਕਰਤਾਰਪੁਰ ਹੈ ਇਹ ਧੀਰਮਲੀਆਂ ਦੇ ਡੇਰੇ ਦੇ ਤੌਰ ਤੇ ਹੀ ਮਸ਼ਹੂਰ ਰਿਹਾ ਤੇ ਇਹ ਗੁਰੂ ਘਰ ਦੇ ਸ਼ਰੀਕ ਹੀ ਬਣੇ ਰਹੇ। ਸਭ ਤੋਂ ਪਹਿਲਾਂ ਬਾਬਾ ਬੜਭਾਗ ਸਿੰਘ ਨੇ 10ਵੇਂ ਪਾਤਸ਼ਾਹ ਦੇ ਸਮੇਂ ਖੰਡੇ ਦੀ ਪਹੁਲ ਲੈ ਕੇ ਪੰਥ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਵਾਪਸ ਖਾਲਸਾ ਪੰਥ ਦੇ ਨਾਲ ਨੇੜਤਾ ਪੈਦਾ ਕੀਤੀ। ਉਸ ਤੋਂ ਪਹਿਲਾਂ ਉਹਨਾਂ ਦੀ ਆਪਣੀ ਗੱਦੀ ਜਿਹੜੀ ਹੈ ਉਹ ਚੱਲਦੀ ਰਹੀ, ਪਰ ਪਰਿਵਾਰਕ ਰਿਸ਼ਤੇ ਦੇ ਤੌਰ ਤੇ ਗੁਰੂ ਹਰਿਰਾਏ ਸਾਹਿਬ ਜਦੋਂ ਪ੍ਰਚਾਰ ਦੌਰੇ ਤੇ ਨਿਕਲਦੇ ਨੇ ਤੇ ਇਧਰੋਂ ਹੋ ਕੇ ਹੁਸ਼ਿਆਰਪੁਰ ਵਾਲੇ ਪਾਸਿਓਂ ਕਰਤਾਰਪੁਰ ਹੋ ਕੇ ਬਾਬੇ ਬਕਾਲੇ ਜਾਂਦੇ ਨੇ। ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਨੂੰ ਮਿਲਦੇ ਨੇ ਤੇ ਇਸ ਤੋਂ ਬਾਅਦ ਫਿਰ ਉਹ ਅੰਮ੍ਰਿਤਸਰ ਹੋ ਕੇ ਤੇ ਮਾਲਵੇ ਵਾਲੇ ਪਾਸੇ ਨੂੰ ਗੁਰੂ ਹਰਿਰਾਏ ਸਾਹਿਬ ਜਾਂਦੇ ਨੇ। ਤੇ ਨਾਲ ਹੀ ਜਦੋਂ ਉਹਨਾਂ ਤੋਂ ਬਾਅਦ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦਾ ਜਿਹੜਾ ਵੱਡਾ ਪੁੱਤਰ ਬਾਬਾ ਰਾਮ ਰਾਏ ਹੈ, ਔਰੰਗਜ਼ੇਬ ਦਾ ਸੱਦਾ ਆਉਣ ਤੋਂ ਬਾਅਦ ਔਰੰਗਜ਼ੇਬ ਦੇ ਡਰ ਜਾਂ ਲਾਲਚ ਵਿੱਚ ਆ ਕੇ ਗੁਰਬਾਣੀ ਦੀ ਪੰਕਤੀ ਬਦਲਦਾ ਹੈ ਤੇ ਗੁਰੂ ਸਾਹਿਬ ਗੁਰੂ ਹਰਿਰਾਏ ਜੀ ਉਹਨੂੰ ਮੱਥੇ ਲੱਗਣ ਤੋਂ ਰੋਕ ਦਿੰਦੇ ਨੇ ਤੇ ਬਾਦਸ਼ਾਹ ਉਹਨੂੰ ਦੇਹਰਾਦੂਨ ਦੇ ਕੋਲ ਜਗੀਰ ਦੇ ਦਿੰਦਾ ਹੈ ਤੇ ਉੱਥੇ ਵੀ ਉਹ ਆਪਣੀ ਗੁਰਗੱਦੀ ਆਪਣਾ ਡੇਰਾ ਬਣਾ ਕੇ ਗੱਦੀ ਲਾ ਕੇ ਬਹਿ ਜਾਂਦਾ ਹੈ। ਤੇ ਗੁਰੂ ਹਰਿਰਾਏ ਜੀ ਆਪਣੇ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦਿੰਦੇ ਨੇ। ਤੇ ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਜਾਂਦੇ ਨੇ ਜਿੱਥੇ ਚੇਚਕ ਫੈਲੀ ਹੋਈ ਹੈ ਬਾਦਸ਼ਾਹ ਦੇ ਸੱਦੇ ਤੇ, ਬੇਸ਼ੱਕ ਬਾਦਸ਼ਾਹ ਨੂੰ ਮਿਲਦੇ ਨਹੀਂ, ਉੱਥੇ ਜਾਂਦੇ ਨੇ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਹੜੇ ਉਦੋਂ ਗੁਰੂ ਨਹੀਂ ਬਣੇ ਸਨ, ਇਹ ਪੂਰਬ ਦੇਸ਼ ਦੇ ਵਿੱਚ ਪ੍ਰਚਾਰ ਦੌਰਿਆਂ ਤੇ ਗਏ ਹੋਏ ਸਨ। ਉੱਥੋਂ ਜਦੋਂ ਵਾਪਸ ਆਏ ਨੇ ਤੇ ਜਿਹੜੀ ਭੱਟ ਬਈ ਪੂਰਬੀ ਦੱਖਣ ਹੈ ਉਹਦੇ ਮੁਤਾਬਕ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਮਿਲੇ। ਬੇਸ਼ੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜੀ ਆਪਣੀ ਰਿਹਾਇਸ਼ ਹੈ ਉਹ ਉਸ ਬੰਗਲੇ ਵਿੱਚ ਨਹੀਂ ਰੱਖੀ ਜਿਹੜੀ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੀ। ਇਹ ਦਿੱਲੀ ਦੇ ਵਿੱਚ ਭਾਈ ਕਲਿਆਣ ਦਾਸ ਦੀ ਜਿਹੜੀ ਧਰਮਸ਼ਾਲਾ ਸੀ ਉਹਦੇ ਵਿੱਚ ਠਹਿਰੇ ਤੇ ਉੱਥੇ ਉਹਨਾਂ ਨੇ 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਮੁਲਾਕਾਤ ਕੀਤੀ। ਲਾਜ਼ਮੀ ਹੈ ਕਿ ਉਹਨਾਂ ਦੇ ਨਾਲ ਸਮੇਂ ਦੇ ਜਿਹੜੇ ਹਾਲਤ ਹੈ ਉਹਨਾਂ ਦਾ ਜ਼ਿਕਰ ਕੀਤਾ ਹੋਏਗਾ। ਜਿਹੜਾ ਤੁਹਾਡਾ ਸਵਾਲ ਹੈ ਕਿ ਉਹ ਪੂਰਾ ਸਮਾਂ ਗੁਰਗੱਦੀ ਤੇ ਬਿਰਾਜਣ ਤੱਕ ਕੀ ਬਾਬੇ ਬਕਾਲੇ 'ਚ ਭੋਰੇ ਵਿੱਚ ਬੈਠ ਕੇ ਹੀ ਭਗਤੀ ਕਰਦੇ ਰਹੇ, ਇਹ ਜਿਹੜੇ ਹਵਾਲੇ ਨੇ ਉਹਦੇ ਮੁਤਾਬਕ ਇਸ ਤਰੀਕੇ ਨਾਲ ਨਹੀਂ ਜਾਪਦਾ। ਬਾਬੇ ਬਕਾਲੇ ਜਦੋਂ ਹੁੰਦੇ ਸਨ ਉਹਨਾਂ ਦੀ ਜਿਹੜੀ ਨਿੱਤ ਦਾ ਕਾਰਜ ਸੀ ਉਹਦੇ ਬਾਰੇ ਹਵਾਲੇ ਮਿਲਦੇ ਹੈ। ਅੰਮ੍ਰਿਤ ਵੇਲੇ ਜਾਗਦੇ, ਬਾਣੀ ਪੜ੍ਹਦੇ, ਕੀਰਤਨ ਕਰਦੇ ਤੇ ਫਿਰ ਨਿੱਤ ਦੀ ਕਾਰ ਦੇ ਵਿੱਚ ਰੁੱਝ ਜਾਂਦੇ। ਕਾਰ ਦੇ ਵਿੱਚ ਨਿੱਤ ਦੀ ਕਾਰ ਹੈ ਨਾ ਜਿਹੜੀ, ਉਹਦੇ ਵਿੱਚ ਇੱਕ ਸ਼ਬਦ ਵਰਤਿਆ ਗਿਆ ਕਿ ਉਹ ਮਜ਼ਦੂਰੀ ਕਰਦੇ। ਉਹ ਭੇਟਾ ਜਿਹੜੀ ਮਿਲਦੀ ਸੀ ਉਹਦੇ ਉੱਤੇ ਆਪਣਾ ਗੁਜ਼ਾਰਾ ਨਹੀਂ ਕਰਦੇ ਸਨ। ਬਹੁਤ ਸਾਰਿਆਂ ਨੇ ਕਿਹਾ ਵੀ ਕਿ ਬਾਕੀ ਦੇ ਲੋਕ ਆਪਣੇ ਆਪਣੇ ਮਸੰਦ ਲਈ ਬੈਠੇ ਹੈ, ਤੁਸੀਂ ਵੀ ਆਪਣੇ ਮਸੰਦ ਬਾਹਰ ਭੇਟਾ ਇਕੱਠੀ ਕਰਨ ਵਾਸਤੇ ਭੇਜਿਆ ਕਰੋ। ਤੇ ਉਹ ਕਹਿੰਦੇ ਸਨ ਇਹ ਮਾਇਆ ਤਾਂ ਨਾਸ਼ਵਾਨ ਹੈ, ਇਹ ਮਾਇਆ ਕੀ ਕਰਨੀ ਹੈ, ਗੁਜ਼ਾਰੇ ਜੋਗਾ ਚਾਹੀਦਾ ਹੈ। ਉਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਹੱਥੀਂ ਕਿਰਤ ਕਰਨ ਦੀ ਗੱਲ, ਉਹਦੇ ਨਾਲ ਹੀ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ ਚਾਹੀਦੀ ਹੈ। ਉਹ ਇੱਕ ਚੰਗੇ ਗੁਰਸਿੱਖ ਵਾਲਾ ਕਿਰਤੀ ਵਾਲਾ ਜੀਵਨ ਜਿਉਂਦੇ, ਨਾਲ ਪ੍ਰਚਾਰ ਕਰਦੇ। ਇੱਥੇ ਜਦੋਂ ਮਸੰਦਾਂ ਦੀ ਗੱਲ ਡਾਕਟਰ ਸਾਹਿਬ ਆਉਂਦੀ ਹੈ, ਗੁਰੂ ਅਰਜਨ ਦੇਵ ਜੀ ਦੇ ਵੇਲੇ ਪ੍ਰਿਥੀ ਚੰਦ ਨੇ ਮਸੰਦਾਂ ਦੀ ਇੱਕ ਵੱਖਰੀ ਕਲਾਸ ਜਿਹੜੀ ਆ ਉਹ ਖੜੀ ਕਰ ਲਈ ਸੀ, ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਚੜਾਵਾ ਇਕੱਠਾ ਕਰਕੇ ਲਿਆ ਕੇ ਦਿੰਦੇ ਸਨ। ਇਸ ਤਰੀਕੇ ਦੀ ਗੱਲ ਜਿਹੜੀ ਹੈ ਉਹ ਮਤਲਬ ਬੈਕਗਰਾਊਂਡ ਦੇ ਵਿੱਚ ਇਸ ਸਮੇਂ ਵੀ ਚੱਲਦੀ ਸੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਜਿਹੜਾ ਸੀਗਾ ਉਹਦੀ ਵਰਤੋਂ ਨਹੀਂ ਕੀਤੀ। ਉਹ ਆਪ ਕਾਰ ਕਰਕੇ, ਹੱਥੀਂ ਕਾਰ ਕਰਕੇ ਆਪਣੀ ਕਮਾਈ ਕਰਦੇ, ਉਹਦੇ ਨਾਲ ਹੀ ਆਪਣਾ ਤੇ ਆਪਣੀ ਪਤਨੀ ਮਾਤਾ ਗੁਜਰੀ ਜੀ ਦਾ ਜਿਹੜਾ ਨਿਰਵਾਹ ਸੀ ਉਹ ਕਰਦੇ। ਬਹੁਤ ਸਾਦਾ ਜੀਵਨ ਜਿਉਂਦੇ, ਬਹੁਤ ਹੀ ਸਾਦਾ ਜੀਵਨ। ਤੇ ਉੱਥੇ ਵੀ ਤਿਆਗ ਦੀ ਮੂਰਤੀ ਬਣ ਕੇ ਰਹੇ। ਕੋਈ ਮਾਲ ਪਦਾਰਥ ਇਕੱਠਾ ਨਹੀਂ ਕੀਤਾ, ਬਿਲਕੁਲ ਸਿੰਪਲ ਸਾਦਾ ਜੀਵਨ ਜਿਹੜਾ ਉਹ ਬਾਬੇ ਬਕਾਲੇ ਉਹਨਾਂ ਨੇ ਜੀਵਿਆ
ਪਰ ਉਸ ਸਮੇਂ ਦੇ ਦੌਰਾਨ ਉਹ ਪ੍ਰਚਾਰ ਦੌਰਿਆਂ ਲਈ ਬਾਹਰ ਜਾਂਦੇ ਰਹੇ ਤੇ ਸਮੇਂ ਦੇ ਜਿਹੜੇ ਗੁਰੂ ਹਸਤੀਆਂ ਸਨ ਉਹਨਾਂ ਦੇ ਨਾਲ ਮੁਲਾਕਾਤਾਂ, ਉਹਨਾਂ ਦੇ ਦਰਸ਼ਨ ਵੀ ਕਰਦੇ ਰਹੇ। ਹਾਂਜੀ ਬਾਬੇ ਬਕਾਲੇ ਰਹਿੰਦੇ ਹੋਏ ਹਾਂਜੀ ਜੋ ਪੀਰੀਅਡ ਬਾਬੇ ਸਾਹਿਬ ਸੱਚੇ ਪਾਤਸ਼ਾਹੀ ਦਾ, ਬਾਬੇ ਬਕਾਲੇ ਦਾ, ਉਸ ਸਮੇਂ ਧੀਰਮਲ ਵੀ ਇਹ ਆਪਣੀ ਗੱਦੀ ਲਾ ਕੇ ਉਹ ਵੀ ਬਾਬੇ ਬਕਾਲੇ ਬਹਿੰਦਾ ਹੈ। ਸੋ ਉਸ ਸਮੇਂ ਕੋਈ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਵੀ ਹੋਈ ਜਾਂ ਮੇਲ ਮਿਲਾਪ ਸੀ ਜਾਂ ਕਿਹੋ ਜਿਹਾ ਮਾਹੌਲ ਸੀ? ਨਹੀਂ, ਪਹਿਲਾਂ ਧੀਰਮਲ ਕਰਤਾਰਪੁਰ ਹੀ ਰਹਿੰਦਾ ਹੈ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਤੇ ਜੋਤੀ ਜੋਤ ਸਮਾਉਂਦੇ ਨੇ ਉਹ 30 ਮਾਰਚ 1664 ਨੂੰ। ਤੇ ਜਿਸ ਵੇਲੇ ਸਿੱਖ ਉਹਨਾਂ ਨੂੰ ਪੁੱਛਦੇ ਨੇ ਕਿ ਅਗਲੀ ਗੁਰੂ ਹਸਤੀ ਕੌਣ ਹੈ, ਤੇ ਉਸ ਵੇਲੇ ਕਿਉਂਕਿ ਚੇਚਕ ਫੈਲੀ ਹੋਈ ਸੀ, ਉਸ ਵੇਲੇ ਵਾਇਰਸ ਪੂਰੇ ਜ਼ੋਰਾਂ ਤੇ ਸੀ, 8ਵੇਂ ਪਾਤਸ਼ਾਹ ਬੁਖਾਰ ਦੇ ਨਾਲ ਨਿਟਾਲ ਸਨ, ਇਹ ਹਵਾਲੇ ਨੇ। ਤੇ ਉਹਨਾਂ ਨੇ ਬੁਖਾਰ ਦੀ ਘੂਕੀ ਦੇ ਵਿੱਚ ਇੰਨਾ ਹੀ ਉਹਨਾਂ ਦੀ ਗੱਲ ਸਮਝ ਆ ਸਕੀ ਕਿ ਬਾਬਾ ਬਕਾਲੇ ਵੀ ਅਗਲੀ ਗੁਰੂ ਹਸਤੀ ਜਿਹੜੀ ਹੈ ਉਹ ਬਕਾਲੇ ਦੇ ਵਿੱਚ ਹੈ। ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਅਗਲੀ ਗੁਰ ਹਸਤੀ ਦੀ ਬਕਾਲੇ ਦੇ ਵਿੱਚ ਨਿਸ਼ਾਨਦੇਹੀ ਕਰਕੇ ਜੋਤੀ ਜੋਤ ਸਮਾ ਗਏ ਨੇ, ਫਿਰ ਧੀਰਮਲ ਆਪਣੇ ਮਸੰਦਾਂ ਨੂੰ ਲੈ ਕੇ ਉਹ ਆਦ ਬੀੜ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1604 ਈਸਵੀ ਵਿੱਚ ਤਿਆਰ ਕਰਵਾਈ ਸੀ, ਉਹਨੂੰ ਲੈ ਕੇ ਬਕਾਲੇ ਪਹੁੰਚ ਜਾਂਦਾ ਹੈ। ਤੇ ਉਹਦੇ ਨਾਲ ਹੀ 21 ਹੋਰ ਮੰਜੀਦਾਰ ਆਪਣੇ ਆਪਣਾ ਗੁਰੂਸ਼ਿਪ ਕਲੇਮ ਕਰਨ ਵਾਸਤੇ ਬੈਠ ਜਾਂਦੇ ਨੇ ਗੱਦੀਆਂ ਲਗਾ ਕੇ। ਤੇ ਧੀਰਮਲ ਫਿਰ ਉਸ ਵੇਲੇ ਇੱਥੇ ਆਉਂਦਾ ਹੈ, ਆ ਕੇ ਆਪਣੀ ਗੱਦੀ ਲਾਉਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਬਿਲਕੁਲ ਜਿਵੇਂ ਲੋ ਪ੍ਰੋਫਾਈਲ ਜੀਵਨ ਜਿਉਣਾ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਹੀ ਗਰੀਬੀ ਦਾਵੇ ਨਾਲ ਆਪਣਾ ਜੀਵਨ ਜਿਉਂਦੇ ਨੇ। ਜਦੋਂ ਦਿੱਲੀ ਤੋਂ ਸੰਗਤ ਚੱਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੁਨੇਹਾ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਪਹੁੰਚਦੇ ਨੇ, ਉਹਨਾਂ ਨੂੰ ਦੱਸਦੇ ਨੇ ਕਿ ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਜੀ ਨੂੰ ਸੌਂਪਣ ਦਾ ਜ਼ਿਕਰ ਕੀਤਾ ਹੈ। ਤੇ ਉਸ ਤੋਂ ਬਾਅਦ ਫਿਰ 11 ਅਗਸਤ 1664 ਨੂੰ, ਦੇਖੋ ਤੁਸੀਂ, ਮਾਰਚ ਤੋਂ ਲੈ ਕੇ 1664 ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਇਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪਦੇ ਨੇ। ਦਿੱਲੀ ਤੋਂ ਚੱਲ ਕੇ ਉਹ ਗੁਰਿਆਈ ਦੀ ਜਿਹੜੀ ਗੱਲ ਹੈ, ਜਿਵੇਂ ਬਾਬਾ ਬੁੱਢਾ ਜੀ ਪਹਿਲਾਂ 6 ਗੁਰੂ ਸਾਹਿਬਾਂ ਨੂੰ, 5 ਗੁਰੂ ਸਾਹਿਬਾਂ ਨੂੰ ਗੁਰਿਆਈ ਬਖਸ਼ਿਸ਼ ਕਰਦੇ ਰਹੇ, ਭੇਟ ਕਰਦੇ ਰਹੇ, ਇਸੇ ਤਰ੍ਹਾਂ ਹੀ ਇੱਥੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਿਆਈ ਸੌਂਪਦੇ ਨੇ। ਪਰ ਧੀਰਮਲ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਆਪਣੀ ਗੱਦੀ ਲਾ ਕੇ ਬੈਠਦਾ, ਬਾਕੀ ਦੇ ਵੀ ਆਪਣੀਆਂ ਗੱਦੀਆਂ ਲਾ ਕੇ ਬੈਠਦੇ ਨੇ। ਗੁਰੂ ਨੇ ਕੁਝ ਸੰਗਤਾਂ ਗੁਰੂ ਸਾਹਿਬ ਦੇ ਕੋਲ ਜਾਂਦੀਆਂ, ਕੁਝ ਲੋਕ ਜਿਹੜੇ ਨੇ ਉਹਨਾਂ ਦੇ ਮਸੰਦਾਂ ਰਾਹੀਂ ਗੁੰਮਰਾਹ ਕਰਕੇ ਉਹਨਾਂ ਨੂੰ ਚੜਾਵੇ ਚਾੜੀ ਜਾਂਦੇ ਨੇ। ਤੇ ਇਸ ਤਰੀਕੇ ਦਾ ਜਿਹੜਾ ਉੱਥੇ ਬਾਬੇ ਬਕਾਲੇ 'ਚ ਹਾਲਤ ਬਣੀ ਹੋਈ ਸੀ ਉਸ ਵੇਲੇ। ਹਾਂਜੀ। ਸੋ ਬਾਬੇ ਬਕਾਲੇ ਦੇ ਵਿੱਚ ਕਿਉਂਕਿ 8ਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਬਾਬਾ ਬਕਾਲੇ ਇਹ ਲੈ ਕੇ ਜੋ ਵੀ ਧੀਰ ਮਲੀਏ ਜਾਂ ਹੋਰ ਮਸੰਦ ਜਾਂ ਜਿਹੜੇ ਵੀ ਇਹ ਆਪਣੇ ਗੱਦੀ ਦੇ ਚਾਹਵਾਨ ਸਨ, ਕਿਉਂਕਿ ਉਹਨਾਂ ਵਾਸਤੇ ਇਹ ਗੱਦੀ ਇੱਕ ਸਾਧਨ ਸੀ ਮਾਇਆ ਦਾ, ਚੰਗਾ ਜੀਵਨ ਨਿਰਵਾਹ ਕਰਨ ਲਈ। ਅਤੇ ਉਹ ਉੱਥੇ ਮੰਜੀਆਂ ਲਾ ਕੇ, ਕਿਉਂਕਿ ਬਕਾਲੇ ਦਾ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਿਕਰ ਕਰ ਦਿੱਤਾ, ਉਹ ਬਕਾਲੇ ਵਿੱਚ ਆ ਕੇ ਮੰਜੀਆਂ ਲਾ ਕੇ ਬਹਿ ਗਏ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪੂਰੇ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ। ਤੇ ਭਾਈ ਸਾਹਿਬ ਜੀ, ਗੁਰਗੱਦੀ ਦੀ ਜੋ ਘਟਨਾ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਬਿਆਨ ਕਰੋ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿੱਦਾਂ ਪ੍ਰਗਟ ਕੀਤਾ ਗਿਆ, ਕਿੱਦਾਂ ਸਤਿਗੁਰ ਪ੍ਰਗਟ ਹੋਏ। ਬਾਬਾ ਧੀਰਮਲ ਆਪਣੇ ਆਪ ਨੂੰ ਵੱਡਾ ਦਾਅਵੇਦਾਰ ਮੰਨਦਾ ਹੈ। ਉਹ ਇਹ ਕਹਿੰਦਾ ਹੈ ਕਿ ਮੈਂ ਗੁਰੂ ਹਰਿ ਸਾਹਿਬ ਦਾ ਵੱਡਾ ਭਰਾ ਹੈ। ਤੇ ਦੂਸਰੇ ਪਾਸੇ ਧੀਰਮਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਭਤੀਜਾ ਲੱਗਦਾ ਹੈ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਸਨ। ਤੇ ਧੀਰਮਲ ਆਪਣਾ ਦਾਅਵਾ ਨਹੀਂ ਛੱਡਦਾ। ਇਸ ਤਰੀਕੇ ਦੀ ਹਨੇਰਗਰਦੀ ਕਈ ਸਮਾਂ ਚੱਲਦੀ ਰਹੀ। ਫਿਰ ਜਿਹੜੀ ਇੱਕ ਡੇਟ ਮਿਲਦੀ ਹੈ
ਅਕਤੂਬਰ 1664 ਨੂੰ ਭਾਈ ਮੱਖਣ ਸ਼ਾਹ ਲੁਬਾਣਾ, ਜਿਹੜਾ ਇੱਕ ਵਪਾਰੀ ਹੈ, ਬਹੁਤ ਦੂਰ ਦੂਰ ਤੱਕ ਵਪਾਰ ਕਰਨ ਵਾਸਤੇ ਜਾਂਦਾ। ਏਡਾ ਵੱਡਾ ਵਪਾਰੀ ਹੈ ਕਿ ਉਹਦੇ ਆਪਣੇ ਸ਼ਿਪ ਨੇ, ਆਪਣੇ ਜਹਾਜ਼ ਨੇ, ਉਹਦੇ ਸਮੁੰਦਰੀ ਜਹਾਜ਼। ਬਹੁਤ ਵੱਡਾ ਲਾਣੇਦਾਰ ਹੈ, ਬਹੁਤ ਵੱਡੀ ਉਹਦੇ ਨਾਲ ਲੋਕ ਨੇ। ਉਹਦੀ ਡਿਊਟੀ ਲੱਗੀ ਹੁੰਦੀ ਸੀ ਕਿ ਉਹ ਜਿੱਥੇ ਵੀ ਵਪਾਰ ਕਰਨ ਜਾਂਦਾ ਸੀ, ਉਹ ਵਪਾਰ ਕਰਨ ਦੇ ਨਾਲ ਨਾਲ ਉਹ ਸਿੱਖ ਧਰਮ ਦਾ ਪ੍ਰਚਾਰਕ ਵੀ ਸੀ। ਤੇ ਉਹਦੀ ਡਿਊਟੀ ਹੁੰਦੀ ਸੀ ਕਿ ਉਹ ਜਿਹੜਾ ਦਸਵੰਧ ਦੀ ਰਕਮ ਇਕੱਠੀ ਕਰਕੇ ਸੰਗਤਾਂ ਪਾਸੋਂ ਗੁਰੂ ਸਾਹਿਬ ਦੇ ਕੋਲ ਆ ਕੇ ਭੇਂਟ ਕਰਦਾ ਹੁੰਦਾ ਸੀ। ਸਾਖੀ ਆਉਂਦੀ ਹੈ ਕਿ ਜਦੋਂ ਦਸਵੰਧ ਦੀ ਰਕਮ ਲੈ ਕੇ ਵਾਪਸ ਆ ਰਿਹਾ ਸੀ, ਜਹਾਜ਼ ਉਹਦੇ ਲੱਦੇ ਹੋਏ ਸਨ, ਰਸਤੇ ਵਿੱਚ ਤੂਫਾਨ ਆ ਗਿਆ, ਜਹਾਜ਼ ਡੋਲ ਗਏ, ਤੇ ਉਹਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਮੇਰਾ ਸਮਾਨ ਤੇ ਰੁੜਦਾ ਤੇ ਰੁੜ ਜਾਏ, ਡੁੱਬਦਾ ਤੇ ਡੁੱਬ ਜਾਏ। ਜੇ ਅੱਜ ਤੂੰ ਮੇਰੇ ਜਹਾਜ਼ ਦੀ ਰਾਖੀ ਨਾ ਕੀਤੀ ਤੇ ਜਿਹੜਾ ਸਿੱਖ ਸੰਗਤਾਂ ਪਾਸੋਂ ਮੈਂ ਦਸਵੰਧ ਲੈ ਕੇ ਆਇਆ, ਉਹ ਆਪ ਜੀ ਦੇ ਚਰਨਾਂ ਤੱਕ ਕਿਵੇਂ ਪਹੁੰਚਾਵਾਂਗਾ? ਆਪ ਜੀ ਕਿਰਪਾ ਕਰਕੇ ਮੇਰਾ ਬੇੜਾ ਬੰਨੇ ਲਾਓ, ਮੈਂ ਉਹ ਦਸਵੰਧ ਦੀ ਭੇਟਾ ਆਪ ਜੀ ਦੇ ਚਰਨਾਂ ਤੇ ਰੱਖ ਸਕਾਂ। ਉਹਦੀ ਅਰਦਾਸ ਸੁਣੀ ਗਈ। ਉਹ ਦਸਵੰਧ ਦੀ ਭੇਟਾ ਲੈ ਕੇ ਜਿਸ ਵੇਲੇ ਬਾਬੇ ਬਕਾਲੇ ਪਹੁੰਚਦਾ ਹੈ, ਉਹ ਵੇਖਦਾ ਹੈ ਕਿ ਇੱਥੇ ਤਾਂ 22 ਬੈਠੇ ਨੇ ਲੋਕ ਗੱਦੀਆਂ ਲਾ ਕੇ, ਮੈਂ ਕਿਹਨੂੰ ਦਸਵੰਧ ਦਿਆਂਗਾ? ਹੁਣ ਭਾਈ ਮੱਖਣ ਸ਼ਾਹ ਦੇਸ਼ਾਂ ਵਿਦੇਸ਼ਾਂ ਵਿੱਚ ਵਪਾਰ ਕਰਦਾ ਹੈ, ਸਿਆਣਾ ਆਦਮੀ ਹੈ। ਉਹਨੇ ਤਰਕੀਬ ਸੁਝੀ ਇੱਕ, ਤੇ ਉਹਨੇ ਦਸਵੰਧ ਦੇ ਵਿੱਚੋਂ ਹਰ ਇੱਕ ਦੇ ਮੋਹਰੇ 2-2 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਹਰ ਕੋਈ 2-2 ਮੋਹਰਾਂ ਰਖਵਾ ਕੇ ਮੱਥਾ ਟਿਕਵਾ ਕੇ ਉਹਨੂੰ ਅਸੀਸਾਂ ਦੇਈ ਜਾਵੇ, ਸਾਰਾ ਕੁਛ ਹੀ। ਤੇ ਕਿਸੇ ਨੇ ਵੀ ਦਸਵੰਧ ਦੀ ਰਕਮ ਉਹਦੇ ਪਾਸੋਂ ਨਾ ਮੰਗੀ। ਜਦੋਂ 22 ਦੇ 22 ਨੂੰ ਮੱਥਾ ਟੇਕ ਬੈਠਾ, ਕਿਸੇ ਵੀ ਨੇ ਨਾ ਪੁੱਛਿਆ, ਤਾਂ ਫਿਰ ਉਹ ਪੁੱਛਦਾ ਹੈ ਕਿ ਇੱਥੇ ਹੋਰ ਕੋਈ ਬਕਾਲੇ ਦੇ ਵਿੱਚ ਹੈ? ਤੇ ਕਿਸੇ ਨੇ ਕਿਹਾ ਇੱਥੇ ਇੱਕ ਤਪਾ ਤੇਗ ਬਹਾਦਰ ਬਸਦਾ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਸਾਹਿਬਜ਼ਾਦਾ ਹੈ। ਦੇਖੋ, ਗੁਰਗੱਦੀ ਦੀ ਜ਼ਿੰਮੇਵਾਰੀ ਦਿੱਤੀ ਜਾ ਚੁੱਕੀ ਹੈ, ਉਸ ਦੇ ਬਾਵਜੂਦ ਵੀ ਉਹ ਜਿਹੜੀ ਗੱਲ ਹੈ ਉਹ ਇੰਨੀ ਪ੍ਰਚਲਿਤ ਨਹੀਂ ਹੋਣ ਦਿੱਤੀ ਇਹਨਾਂ ਨਕਲੀਆਂ ਨੇ, ਭੇਖੀਆਂ ਨੇ, ਜਿਹੜੇ ਗੁਰੂ ਬਣ ਕੇ ਬੈਠੇ ਆ, ਕਿ ਉਹ ਗੱਲ ਲੋਕਾਂ ਤੱਕ ਪਹੁੰਚ ਸਕਦੀ ਤੇ ਗੁਰੂ ਸਾਹਿਬ ਨੂੰ ਪ੍ਰਗਟ ਕਰ ਦਿੰਦੇ। ਤੇ ਗੁਰੂ ਸਾਹਿਬ ਆਪਣੀ ਮੌਜ ਦੇ ਵਿੱਚ ਜਿਵੇਂ ਪਹਿਲਾਂ ਬੈਠੇ ਜ਼ਿੰਦਗੀ ਜਿਉਂਦੇ ਨੇ, ਉਦਾਂ ਹੀ ਜਿਉਂ ਜਾਂਦੇ ਨੇ। ਇਹਦੇ ਵਿੱਚ ਇਹ ਨਹੀਂ ਹੈ ਕਿ ਇਹਦੇ ਵਿੱਚ ਗੁਰੂ ਸਾਹਿਬ ਨਹੀਂ ਕਰ ਸਕਦੇ ਸਨ। ਮੈਂ ਇੱਦਾਂ ਮਹਿਸੂਸ ਕਰਦਾ ਡਾਕਟਰ ਸਾਹਿਬ ਕਿ ਗੁਰੂ ਦੀ ਇੱਕ ਕਲਾ ਸੀ, ਇਹਦੇ ਵਿੱਚ ਗੁਰੂ ਦਾ ਇੱਕ ਕੌਤਕ ਸੀ ਕਿ ਅੱਜ ਤੇ ਅਸੀਂ ਸਰੀਰਾਂ ਵਿੱਚ ਬੈਠੇ ਹਾਂ, ਕੱਲ ਨੂੰ ਜਦੋਂ ਸਰੀਰਾਂ ਵਿੱਚ ਨਾ ਰਹੇ, ਉਸ ਵੇਲੇ ਜਦੋਂ ਭੇਖੀਆਂ ਨੇ, ਨਕਲੀਆਂ ਨੇ ਆ ਕੇ ਗੁਰੂ ਡੰਮ ਚਲਾਏ, ਫਿਰ ਤੁਸੀਂ ਉਹਦੀ ਪਰਖ ਕਿਵੇਂ ਕਰਨੀ ਹੈ? ਜੀ। ਭਾਈ ਮੱਖਣ ਸ਼ਾਹ ਜਦੋਂ ਪੁੱਛਦਾ ਹੈ, ਪਤਾ ਲੱਗਦਾ ਹੈ, ਤੇ ਉਹ ਵੀ ਉਸੇ ਤਰ੍ਹਾਂ ਹੀ 2 ਮੋਹਰਾਂ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕ ਦਿੰਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਸਤੀ ਵਿੱਚੋਂ ਨਜ਼ਰ ਉਠਾ ਕੇ ਵੇਖਦੇ ਨੇ, ਭਾਈ ਮੱਖਣ ਸ਼ਾਹ, ਪੂਰੇ ਸਾਲ ਦਾ ਦਸਵੰਧ 2 ਮੋਹਰਾਂ ਹੀ ਬਣੀਆਂ। ਤੇ ਭਾਈ ਮੱਖਣ ਸ਼ਾਹ ਉਸੇ ਵੇਲੇ ਹੀ ਵੈਰਾਗ ਵਿੱਚ ਆ ਜਾਂਦਾ ਹੈ। ਬੜਾ ਖੂਬਸੂਰਤ ਇਹ ਘਟਨਾ ਦਾ ਜ਼ਿਕਰ ਸਾਡੇ ਪੁਰਾਤਨ ਸਰੋਤਾਂ ਨੇ ਕੀਤਾ ਹੈ। ਵੈਰਾਗ ਵਿੱਚ ਆ ਜਾਂਦਾ, ਉਹਦੀਆਂ ਅੱਖਾਂ 'ਚੋਂ ਪਾਣੀ ਵਹਿਣ ਲੱਗ ਪੈਂਦਾ ਹੈ। ਫਟਾਫਟ ਉਹ ਮੋਹਰਾਂ ਦੀ ਥੈਲੀ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਦਾ ਹੈ, ਤੇ ਉਸੇ ਕੋਠੇ ਉੱਤੇ ਚੜ੍ਹ ਕੇ ਜਿਹੜਾ ਗਲ 'ਚ ਪਾਇਆ ਹੋਇਆ ਸਾਫਾ ਸੀ, ਉਹ ਸਾਫੇ ਨੂੰ ਘੁਮਾ ਕੇ ਇਸ ਤਰੀਕੇ ਨਾਲ ਹੋਕਾ ਦੇ ਦਿੰਦਾ ਹੈ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਭਈ ਗੁਰੂ ਦੀ ਪਛਾਣ ਹੋ ਗਈ, ਗੁਰੂ ਲੱਭ ਪਏ ਨੇ ਕੌਣ ਗੁਰੂ ਹੈ। ਤੇ ਉਸੇ ਵੇਲੇ ਸਾਰੇ ਸਿੱਖ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਸਨ ਬਕਾਲੇ ਦੇ ਵਿੱਚ, ਜਿਹੜੇ ਪਿਛਲੇ ਕਈ ਸਮੇਂ ਤੋਂ ਭੰਬਲ ਭੂਸੇ ਵਿੱਚ ਪਏ ਹੋਏ ਸਨ, ਜਦੋਂ ਉਹਨਾਂ ਨੂੰ ਅਸਲੀ ਗੁਰੂ ਦਾ ਪਤਾ ਲੱਗਦਾ ਹੈ, ਉਹ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਦੇ ਨੇ, ਆਪਣੀਆਂ ਭੇਟਾਵਾਂ ਭੇਟ ਕਰਦੇ ਨੇ। ਉੱਥੇ ਲਹਿਰ ਵਹਿਰ ਲੱਗ ਜਾਂਦੀ ਹੈ, ਰੌਣਕ ਲੱਗ ਜਾਂਦੀ ਹੈ। ਬਾਕੀ ਦੇ ਜਿਹੜੇ ਭੇਖੀ ਗੁਰੂ ਸੀ, ਉਹ ਆਪਣੀਆਂ ਆਪਣੀਆਂ ਮੰਜੀਆਂ ਚੱਕ ਕੇ ਖਿਸਕ ਜਾਂਦੇ ਹੈ। ਪਰ ਧੀਰਮਲ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਧੀਰਮਲ ਬਿਲਕੁਲ ਪਿਰਥੀ ਚੰਦ ਦੀ ਬਿਰਤੀ ਦਾ ਮਾਲਕ ਹੈ, ਉਹਦੇ ਵਿੱਚ ਗੁੰਡਾ ਬਿਰਤੀ ਵੀ ਹੈ। ਉਹਨੇ ਆਪਣੇ ਨਾਲ ਧੜੇਬੰਦੀ ਕਰਕੇ ਮਸੰਦ ਵੀ ਜੋੜੇ ਹੋਏ ਨੇ। ਉਹ ਆਪਣੇ ਇੱਕ ਖਾਸ ਮਸੰਦ ਸ਼ੀਹਾਂ ਨੂੰ ਬੰਦੇ ਦੇ ਕੇ ਭੇਜਦਾ ਹਮਲਾ ਕਰਨ ਵਾਸਤੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਜਿੰਨੀ ਉਹ ਚੜਾਵੇ ਦਾ ਆਇਆ ਹੁੰਦਾ ਹੈ, ਉਹ ਸਾਰਾ ਚੱਕ ਲੈਂਦੇ ਨੇ, ਤੇ ਉੱਥੇ ਕੁੱਟਮਾਰ ਵੀ ਕਰਦੇ, ਭੰਨ ਤੋੜ ਵੀ ਕਰਦੇ। ਤੇ ਨਾਲ ਹੀ ਸ਼ੀਹਾਂ ਜਿਹੜਾ ਉਹ ਖੁਦ ਬੰਦੂਕ ਦੀ ਗੋਲੀ ਚਲਾਉਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰਨ ਵਾਸਤੇ।
ਉਹ ਗੋਲੀ ਕੰਨ ਦੇ ਕੋਲੋਂ ਦੀ ਲੰਘ ਜਾਂਦੀ ਹੈ ਤੇ ਉਹ ਆਪਣੇ ਵੱਲੋਂ ਸਾਰਾ ਕੁਝ ਕਰਕੇ ਵਾਪਸ ਚਲੇ ਜਾਂਦੇ ਹੈ। ਜਦੋਂ ਭਾਈ ਮੱਖਣ ਸ਼ਾਹ ਨੂੰ ਇਸ ਘਟਨਾ ਗੋਲੀ ਚੱਲਣ ਦੀ ਆਵਾਜ਼ ਜਦੋਂ ਭਾਈ ਮੱਖਣ ਸ਼ਾਹ ਦੇ ਡੇਰੇ ਤੇ ਪਹੁੰਚਦੀ ਹੈ, ਉਹ ਆਪਣੇ ਬੰਦੇ ਲੈ ਕੇ ਫਟਾਫਟ ਦੌੜਦਾ ਹੈ। ਜਦੋਂ ਉਸ ਘਟਨਾ ਦੀ ਉਹ ਪਤਾ ਕਰਦਾ ਕਿ ਕੀ ਭਾਣਾ ਵਰਤਿਆ ਹੈ, ਉਹ ਆਪਣੇ ਬੰਦੇ ਲਿਜਾ ਕੇ ਤੇ ਧੀਰਮਲ ਦੇ ਉਹਨਾਂ ਨੂੰ ਫੜ ਵੀ ਲਿਆਉਂਦਾ, ਸ਼ੀਹੇ ਨੂੰ ਵੀ ਫੜ ਲੈਂਦਾ ਹੈ, ਜਿੰਨਾ ਹੋ ਸਕਦਾ ਉਹਨਾਂ ਦੇ ਛਿੱਤਰ ਪਤਾੰਗ ਵੀ ਕਰਦਾ ਹੈ। ਉਹਨਾਂ ਕੋਲੋਂ ਉਹ ਲੁੱਟਿਆ ਹੋਇਆ ਸਾਰਾ ਦਸਵੰਧ ਚੜਾਵੇ ਦੀ ਰਸਤ ਪਾਣੀ ਉਹ ਵੀ ਖੋਹ ਲੈਂਦਾ ਹੈ ਤੇ ਉਹਦੇ ਪਾਸੋਂ ਉਹ ਆਦਬੀਡ ਜਿਹੜੀ ਹੈ ਧੀਰਮਲ ਦੇ ਕੋਲ, ਜਿਹਦੇ ਸਿਰ ਤੇ ਉਹ ਆਪਣੀ ਗੁਰਗੱਦੀ ਜ਼ਾਹਰ ਕਰਦਾ ਹੈ, ਉਹ ਵੀ ਖੋਹ ਕੇ ਵਾਪਸ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਆਉਂਦਾ ਹੈ। ਜਦੋਂ ਉਹਨਾਂ ਦੀਆਂ ਮਸ਼ਕਾਂ ਬੰਨ੍ਹ ਕੇ ਸ਼ੀਹੇ ਤੇ ਬਾਕੀ ਮਸੰਦਾਂ ਦੀਆਂ ਗੁਰੂ ਸਾਹਿਬ ਕੋਲ ਲੈ ਕੇ ਆਂਦਾ ਜਾਂਦਾ ਹੈ ਤੇ ਗੁਰੂ ਸਾਹਿਬ ਉਹਨਾਂ ਸਾਰਿਆਂ ਨੂੰ ਮਾਫ ਕਰ ਦਿੰਦੇ ਨੇ, ਉਹ ਸਾਰਾ ਸਮਾਨ ਵੀ ਉਹਨਾਂ ਨੂੰ ਵਾਪਸ ਕਰ ਦਿੰਦੇ ਨੇ। ਇੱਥੋਂ ਤੱਕ ਉਹ ਜਿਹੜੀ ਆਦਬੀੜ ਜਿਹਦੇ ਸਿਰ ਤੇ ਧੀਰਮਲ ਆਪਣੀ ਗੱਦੀ ਚਲਾਉਂਦਾ ਸੀ, ਉਹ ਵੀ ਉਹਨੂੰ ਵਾਪਸ ਕਰ ਦਿੰਦੇ ਨੇ, ਉਹ ਸਾਰਾ ਕੁਝ ਵਾਪਸ ਕਰ ਦਿੰਦੇ ਨੇ। ਮੱਖਣ ਸ਼ਾਹ ਨੂੰ ਕਹਿੰਦੇ ਨੇ ਕਿ ਮੱਖਣ ਸ਼ਾਹ, ਅਸੀਂ ਜ਼ਬਤ ਵਿੱਚ ਰਹਿਣਾ ਹੈ, ਅਸੀਂ ਜ਼ਾਬਤੇ ਵਿੱਚ ਰਹਿਣਾ ਹੈ। ਉਹਨਾਂ ਦੀ ਜਿਹੜੀ ਇਹ ਕੀਤੀ ਹੈ, ਇਹ ਉਹਨਾਂ ਨੇ ਕੀਤੀ ਹੈ, ਅਸੀਂ ਉਹ ਕੰਮ ਨਹੀਂ ਕਰ ਸਕਦੇ ਜੋ ਉਹਨਾਂ ਨੇ ਹੁੱਲੜਬਾਜ਼ੀ ਕੀਤੀ ਹੈ। ਤੇ ਗੁਰੂ ਸਾਹਿਬ ਬਿਲਕੁਲ ਸ਼ਾਂਤ ਚਿੱਤ ਰਹਿੰਦੇ ਹੋਏ ਉੱਥੇ ਉਹਨਾਂ ਸਾਰਿਆਂ ਨੂੰ ਮਾਫ ਕਰ ਦਿੰਦੇ ਹੈ। ਤੇ ਧੀਰਮਲ ਇਸੇ ਨਾਮੋਸ਼ੀ ਦੇ ਵਿੱਚ ਹੀ, ਦੇਖੋ ਬੜੀ ਵੱਡੀ ਗੱਲ ਹੈ, ਧੀਰਮਲ ਭਤੀਜਾ ਹੈ ਗੁਰੂ ਸਾਹਿਬ ਦਾ, ਸਮੁੱਚੀ ਸਿੱਖ ਉਮਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੱਥਾ ਟੇਕ ਦਿੰਦੀ ਹੈ ਤੇ ਧੀਰਮਲ ਉਹਨਾਂ ਉੱਤੇ ਹਮਲਾ ਕਰਵਾਉਂਦਾ, ਹਮਲਾ ਲੁੱਟਣ ਵਾਸਤੇ ਨਹੀਂ, ਉਹਨਾਂ ਨੂੰ ਜਾਨੋਂ ਮਾਰਨ ਵਾਸਤੇ ਹਮਲਾ ਕਰਵਾਉਂਦਾ ਹੈ। ਜਦੋਂ ਉਹਦਾ ਪਾਜ ਉਗੜ ਜਾਂਦਾ ਹੈ, ਉਹਦਾ ਪਤਾ ਲੱਗ ਜਾਂਦਾ ਸਿੱਖਾਂ ਨੂੰ, ਤੇ ਧੀਰਮਲ ਉੱਥੋਂ ਆਪਣੇ ਲਗਾਤੂਆ ਚੱਕ ਕੇ ਵਾਪਸ ਕਰਤਾਰਪੁਰ ਪਹੁੰਚ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੁਝ ਦਿਨ ਠਹਿਰ ਕੇ ਪਰਿਵਾਰ ਸਮੇਤ ਅੰਮ੍ਰਿਤਸਰ ਵਾਲੇ ਪਾਸੇ ਨੂੰ ਦਰਸ਼ਨ ਕਰਨ ਲਈ ਚਲਾਣਾ ਕਰਦੇ ਨੇ। ਹਾਂਜੀ। ਸੋ ਇਹ ਸੀ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਵੇਲੇ ਦੀ ਘਟਨਾ, ਜਿਹੜੀ ਕਿ ਭਾਈ ਮੱਖਣ ਸ਼ਾਹ ਲਵਾਣਾ, ਜਿਹੜਾ ਬੜਾ ਧਨਾਢ ਗੁਜਰਾਤ ਜਿਹੜਾ ਪਾਕਿਸਤਾਨ ਵਿੱਚ ਹੈ ਉੱਥੇ ਦਾ ਰਹਿਣ ਵਾਲਾ, ਇਹਦੇ ਆਪਣੇ ਸ਼ਿਪ ਚੱਲਦੇ ਸਨ, ਟਰੇਡ ਕਰਦਾ ਸੀ, ਉਸ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਕਿ ਗੁਰੂ ਲਾ ਦੋਰੇ, ਗੁਰੂ ਲਾ ਦੋਰੇ। ਅਤੇ ਉਸ ਤੋਂ ਬਾਅਦ ਜੋ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੀ ਜੋ ਮਹਾਰਾਜ ਸਰੂਪ ਹੈ ਉਹ ਲਿਖਾ ਗਏ ਸਨ, ਉਹ ਵੀ ਵਾਪਸ ਲਿਆਂਦਾ। ਤੇ ਭਾਈ ਸਾਹਿਬ ਜੀ ਉਹ ਗੁਰੂ ਤੇਗ ਬਹਾਦਰ ਜੀ ਨੇ ਮੋੜ ਦਿੱਤਾ। ਇਸ ਵੇਲੇ ਤੁਹਾਨੂੰ ਪਤਾ ਉਹਦੀ ਨਿਸ਼ਾਨਦਾਈ ਕਿ ਉਹ ਸਰੂਪ ਕਰਤਾਰਪੁਰ ਸੀ, ਤੇ ਇਸ ਵੇਲੇ ਤੁਹਾਨੂੰ ਪਤਾ ਕੋਈ ਉਹਦੇ ਕਿੱਥੇ ਹੈ? ਹਾਂਜੀ, ਉਹ ਐਕਚੁਅਲੀ ਡਾਕਟਰ ਸਾਹਿਬ ਜਿਹੜੇ ਸਾਡੇ ਵਿਦਵਾਨ ਲੋਕ ਨੇ ਉਹਨਾਂ ਦੇ ਲਈ ਉਹ ਕਰਤਾਰਪੁਰੀ ਬੀੜ ਕਰਕੇ ਪ੍ਰਚਲਿਤ ਹੈ, ਕਿਉਂਕਿ ਉਹ ਕਰਤਾਰਪੁਰ ਦੇ ਵਿੱਚ ਸੀ। ਉਹ ਕਰਤਾਰਪੁਰ ਦੇ ਵਿੱਚ ਹੀ ਰਿਹਾ। 60ਵਿਆਂ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਕਮੇਟੀ ਨੇ ਇੱਕ ਸਬ ਕਮੇਟੀ ਬਣਾਈ ਸੀ ਉਹਦੇ ਬਾਰੇ ਜਾਣਕਾਰੀ ਲੈਣ ਲਈ ਕਿ ਜਿਹੜਾ ਅਸੀਂ ਮਹਾਰਾਜ ਦਾ ਸਰੂਪ ਅੱਜ ਛਾਪਦੇ ਹਾਂ, ਉਹਨੂੰ ਉਸ ਕਰਤਾਰ ਜਿਹੜੀ ਆਦ ਬੀੜ ਹੈ ਉਹਦੇ ਨਾਲ ਕੰਪੇਅਰ ਕਰਕੇ ਵੇਖਿਆ ਜਾਏ ਕਿ ਇਹਦੇ ਵਿੱਚ ਕੋਈ ਫਰਕ ਤਾਂ ਨਹੀਂ ਹੈ, ਸਾਡੀ ਛਪਾਈ ਦੇ ਵਿੱਚ ਕੋਈ ਗਲਤੀਆਂ ਤਾਂ ਨਹੀਂ ਹਨ। ਕਿਉਂਕਿ ਦੂਸਰੀ ਜਿਹੜੀ ਦਮਦਮੀ ਬੀੜ ਹੈ, ਦਮਦਮਾ ਸਾਹਿਬ ਵਾਲੀ 1708 ਵਿੱਚ ਜਿਹੜੀ 10ਵੇਂ ਪਾਤਸ਼ਾਹ ਨੇ ਤਿਆਰ ਕਰਵਾਈ ਸੀ, ਉਹ ਅਵੇਲੇਬਲ ਨਹੀਂ ਹੈ, ਉਹ ਸਾਡੇ ਕੋਲ ਨਹੀਂ ਹੈ। ਤੇ ਉਸ ਵੇਲੇ ਤੱਕ ਉਹ ਕਰਤਾਰਪੁਰ ਉਹ ਬੀੜ ਹੈਗੀ ਸੀ, ਉਹਦੇ ਦਰਸ਼ਨ ਕੀਤੇ ਤੇ ਉਹਦੀ ਰਿਪੋਰਟ ਜਿਹੜੀ ਹੈ ਉਹ ਛਪੀ ਹੋਈ ਮਿਲਦੀ ਹੈ। ਜੇ ਕਿਸੇ ਨੇ ਪੜ੍ਹਨੀ ਹੋਵੇ ਤੇ ਉਹ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ 10 ਜਲਦਾਂ 'ਚ ਗੁਰੂ ਗ੍ਰੰਥ ਸਾਹਿਬ ਦਰਪਣ ਕੀਤਾ ਹੈ, ਉਹਦੀ 10ਵੀਂ ਜਲਦ ਦੇ ਅਖੀਰ ਦੇ ਵਿੱਚ ਉਹ ਜਿਹੜੀ ਰਿਪੋਰਟ ਹੈ ਉਹ ਦਰਜ ਹੈ। ਉਸ ਤੋਂ ਬਾਅਦ ਉਹ ਫਿਰ ਅਸਲੀ ਬੀੜ ਦੇ ਦਰਸ਼ਨ ਨਹੀਂ ਕਰਵਾਉਂਦੇ ਸਨ। ਉਹਨਾਂ ਕੋਲ ਹੋਰ ਵੀ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਨੇ, ਉਹਨਾਂ ਨੂੰ ਹੀ ਮੱਥੇ ਟਿਕਵਾ ਕੇ ਚੜਾਵਾ ਇਕੱਠਾ ਕਰੀ ਜਾਂਦੇ ਸਨ। ਪਿਛਲੇ ਸਮੇਂ 'ਚ ਜਿਸ ਵੇਲੇ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਗੁਰਮਤਿ ਟਰੱਸਟ ਵੱਲੋਂ ਪੁਰਾਤਨ ਬੀੜਾਂ ਨੂੰ ਡਿਜੀਟਾਈਲ ਕਰਨ ਦਾ ਯਤਨ ਕੀਤਾ ਹੈ ਤੇ ਉਹ ਸਾਨੂੰ ਉਹ ਬੀੜ ਨਹੀਂ ਦਿੰਦੇ ਸਨ, ਤੇ ਅਸੀਂ ਜਲੰਧਰ ਦੇ ਡਿਪਟੀ ਕਮਿਸ਼ਨਰ ਪਾਸੋਂ ਆਰਡਰ ਕਰਵਾ ਕੇ ਆਪਣੀ ਟੀਮ ਭੇਜੀ ਸੀ ਉਹਨਾਂ ਦੇ ਕੋਲ, ਤੇ ਜਿਹੜੀ ਬੀੜ ਉਹਨਾਂ ਨੇ ਸਾਨੂੰ ਦਿਖਾਈ ਸੀ ਜਿਹਦੀ ਅਸੀਂ ਡਿਜੀਟਾਈਲ ਕੀਤਾ ਹੈ, ਉਹ ਓਰੀਜਨਲ ਨਹੀਂ ਸੀ। ਜਦੋਂ ਖੋਜ ਕਰਨ ਤੇ ਪਤਾ ਲੱਗਾ। ਅੱਜ ਦੀ ਹਾਲਤ ਇਹ ਹੈ ਕਿ ਜਦੋਂ ਕੋਈ ਉਹਨਾਂ ਨੂੰ ਪੁੱਛਦਾ ਹੈ, ਉਹ ਕਹਿੰਦੇ ਨੇ ਕਿ ਸਾਡੇ ਕੋਲ ਉਹ ਬੀੜ ਹੈ ਨਹੀਂ, ਸਾਡੇ ਕੋਲ ਨਹੀਂ ਹੈ, ਪਰ ਉਹ ਉਹਨਾਂ ਦੇ ਕੋਲ ਹੀ ਕਰਤਾਰਪੁਰ ਹੀ ਹੈ ਸੀ, ਤੇ ਇਸੇ ਕਰਕੇ ਉਸ ਬੀੜ ਨੂੰ ਕਰਤਾਰਪੁਰੀ ਬੀੜ ਜਿਹੜੀ ਹੈ ਉਹ ਕਰਕੇ ਹੀ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਹਾਂਜੀ।
ਸੱਤਵੇਂ ਤੋਂ ਪਹਿਲਾਂ ਕਿ ਉਹ ਵਿਸਾਖੀ ਵਾਲੇ ਦਿਨ ਦਰਸ਼ਨ ਨਹੀਂ ਕਰਵਾਉਂਦੇ ਸਨ? ਸੁਣਿਆ ਸੀ ਕਿ ਉਹ ਦਰਸ਼ਨ ਕਰਾ ਦਿੰਦੇ ਸਨ ਨਹੀਂ, ਵਿਸਾਖੀ ਉਹ ਵੇਲੇ। ਦਰਸ਼ਨ ਅਸਲੀ ਵੀਰ ਦੇ ਨਹੀਂ ਕਰਵਾਉਂਦੇ ਸਨ। ਮੈਂ ਉਹ ਹੋਰ ਬਹੁਤ 1960 ਤੋਂ ਪਹਿਲਾਂ ਦੀ ਗੱਲ ਵੀਰਾਂ ਨੇ ਕਰਦਾ। ਜਿਹੜਾ ਹਾਂਜੀ, ਹੂੰ 1960 ਤੋਂ ਪਹਿਲਾਂ ਦੀ ਗੱਲ ਕਰਦਾ ਸ਼ਾਇਦ ਉਦੋਂ ਕਰਵਾਉਂਦੇ ਹੁਣ, ਮੈਨੂੰ ਇਹਦੇ ਬਾਰੇ ਵਾਕਫੀਤ ਨਹੀਂ। ਜੀ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਤੋਂ ਉੱਥੇ ਜੋ ਸਾਰੀ ਸਾਧ ਸੰਗਤ, ਸਾਰਾ ਸਿੱਖ ਪੰਥ ਉਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨ ਲੈਂਦਾ ਹੈ। ਤੇ ਉਦੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਆਉਂਦੇ ਨੇ। ਹਾਂਜੀ, ਤੇ ਭਾਈ ਸਾਹਿਬ ਜੀ ਅੰਮ੍ਰਿਤਸਰ ਪਹੁੰਚਦਿਆਂ ਤੇ ਜਿਹੜਾ ਵਾਕਿਆ ਹੋਇਆ ਹੈ ਅੰਮ੍ਰਿਤਸਰ, ਉਹਦਾ ਵਰਣਨ ਹਾਂਜੀ। ਕਰੋ। ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਪਹੁੰਚਦੇ ਨੇ। ਅਕਤੂਬਰ ਦੇ ਵਿੱਚ ਗੁਰੂ ਲਾਧੋਰੇ ਵਾਲੀ ਘਟਨਾ ਵਾਪਰਦੀ ਹੈ ਹੂੰ ਤੇ ਜਨਵਰੀ 1665 ਨੂੰ ਗੁਰੂ ਤੇਗ ਬਹਾਦਰ ਮਹਾਰਾਜ ਪੂਰੇ ਸਿੱਖ ਸੰਗਤ ਦੇ ਨਾਲ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਜੀ। ਤੇ ਉਸ ਵੇਲੇ ਉੱਥੇ ਦਾ ਪੁਜਾਰੀ ਆ ਹਰਜੀ, ਤੇ ਹੂੰ, ਉਹ ਹਰਜੀ ਆ ਜਿਹੜਾ, ਉਹ ਪਿਰਥੀ ਚੰਦ ਦਾ ਪੋਤਾ ਹੈ, ਮਿਹਰਬਾਨ ਦਾ ਜੀ। ਪੁੱਤਰ ਹੈ। ਉਹਦੇ ਕੋਲ ਪ੍ਰਬੰਧ ਹੈ ਹਰਮੰਦਰ ਸਾਹਿਬ ਦਾ, ਚੜਾਵਾ ਉਹ ਖਾਂਦਾ ਹੈ। ਉਹਨੂੰ ਜਦੋਂ ਪਤਾ ਲੱਗਦਾ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਇੱਥੇ ਆ ਰਹੇ ਹੈ, ਤੇ ਉਹ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਕੇ ਦੌੜ ਜਾਂਦਾ ਹੈ। ਉਹਨੂੰ ਇਹ ਖਤਰਾ ਹੈ ਹੂੰ, ਕਿ ਕਿਤੇ ਗੁਰੂ ਤੇਗ ਬਹਾਦਰ ਇੱਥੇ ਬੈਠ ਨਾ ਜਾਣ, ਸਾਡਾ ਚੜਾਵਾ ਨਾ ਖੁੱਸ ਜਾਏ। ਉਹਨਾਂ ਗੁਰੂ ਸਾਹਿਬ ਉੱਥੇ ਬਾਹਰ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਜਗ੍ਹਾ ਤੇ ਬੈਠ ਗਏ, ਸੰਗਤਾਂ ਬੈਠ ਗਈਆਂ। ਸੁਨੇਹਾ ਭੇਜਿਆ ਗਿਆ ਪੁਜਾਰੀਆਂ ਨੂੰ ਕਿ ਗੁਰੂ ਸਾਹਿਬ ਆਏ ਨੇ, ਦਰਵਾਜ਼ੇ ਖੋਲੋ। ਪੁਜਾਰੀ ਸ਼ਾਮ ਤੱਕ ਨਹੀਂ ਆਏ। ਹੂੰ, ਉਹਨਾਂ ਦੇ ਜਿਹੜੇ ਮਸੰਦ ਸਨ, ਉਹਨਾਂ ਨੂੰ ਵੀ ਕਿਹਾ ਗਿਆ, ਉਹਨਾਂ ਨੇ ਕਿਸੇ ਨੇ ਵੀ ਉਹ ਦਰਵਾਜ਼ਾ ਨਹੀਂ ਖੋਲਿਆ। ਸ਼ਾਮ ਹੂੰ, ਤੱਕ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਜਗ੍ਹਾ ਤੇ ਬੈਠੇ ਉਡੀਕਦੇ ਰਹੇ। ਸ਼ਾਮ ਪੈਣ ਸਮੇਂ ਉਹ ਪਿੰਡ ਬੱਲੇ ਵਾਲੇ ਪਾਸੇ ਨੂੰ ਚਲੇ ਗਏ। ਜਿਸ ਅਸਥਾਨ ਤੇ ਉਹ ਬੈਠੇ ਰਹੇ ਸਨ, ਉੱਥੇ ਅੱਜ ਕੱਲ੍ਹ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ ਹੈ ਉਹਨਾਂ ਦੀ ਯਾਦ ਵਿੱਚ। ਉਹ ਸਥਾਨ ਹੈ, ਤੇ ਪੁਜਾਰੀਆਂ ਨੇ ਇਹਨਾਂ ਨੂੰ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਸੀ। ਜਦੋਂ ਇਹ ਗੱਲ ਵੀ ਭਾਈ ਉਹਨੂੰ ਮੱਖਣ ਸ਼ਾਹ ਲਵਾਣੇ ਨੂੰ ਪਤਾ ਲੱਗਦੀ ਹੈ, ਤੇ ਉਹ ਫਿਰ ਆਪਣੇ ਬੰਦਿਆਂ ਨੂੰ ਲਿਜਾ ਕੇ ਉਹ ਪੁਜਾਰੀਆਂ ਤੇ ਮਸੰਦਾਂ ਨੂੰ ਫੜ ਲਿਆਉਂਦਾ ਹੈ। ਉਹਨਾਂ ਨੂੰ ਫੜ ਕੇ ਲਿਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਬੱਲੇ ਪਿੰਡ 'ਚ ਲਿਆ ਕੇ ਪੇਸ਼ ਕਰ ਦਿੰਦਾ ਹੈ ਵੀ ਆਹ ਲਓ ਮਹਾਰਾਜ ਜੀ, ਇਹ ਨੇ ਤੁਹਾਡੇ ਗੁਨਾਹਗਾਰ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਬਖਸ਼ ਦਿੰਦੇ ਨੇ। ਪਰ ਉਹਦੇ ਨਾਲ ਇੱਕ ਗੱਲ ਪੁਰਾਤਨ ਸਾਡੇ ਸਰੋਤ ਗ੍ਰੰਥਾਂ ਵਿੱਚ ਲਿਖੀ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਮਸੰਦਾਂ ਨੂੰ ਆਖਿਆ, ਨੈ ਮਸੰਤੁਮ ਅੰਮ੍ਰਿਤਸਰੀਏ ਤ੍ਰਿਸ਼ਨਾ ਗੰਗ ਤੇ ਅੰਤਰ ਸੜੀਏ, ਵੀ ਤੁਸੀਂ ਅੰਮ੍ਰਿਤਸਰੀਏ ਮਸੰਦ ਨਹੀਂ ਹੋ, ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਹੋ ਤੇ ਅੰਦਰ ਤੁਹਾਡਾ ਸੜਿਆ ਹੋਇਆ। ਕਈ ਵਾਰੀ, ਬਹੁਤ ਵਾਰੀ ਸਾਡੇ ਕਈ ਪ੍ਰਚਾਰਕ ਸਟੇਜ ਤੇ ਇਹ ਗੱਲ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਇਹ ਸਰਾਪ ਦੇ ਦਿੱਤਾ ਹੈ ਕਿ ਅੰਮ੍ਰਿਤਸਰੀਏ ਅੰਤਰ ਸੜੀਏ ਹੈ। ਜਦੋਂ ਉਹਨਾਂ ਨੂੰ ਪਤਾ ਲੱਗਾ, ਜਦੋਂ ਉਹਨਾਂ ਨੇ ਇਹ ਕਹਿ ਦਿੱਤਾ, ਫਿਰ ਅੰਮ੍ਰਿਤਸਰ ਦੀਆਂ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਗਈਆਂ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਤੁਸੀਂ ਨਾ ਕਰੋ। ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੰਮ੍ਰਿਤਸਰ ਦੀਆਂ ਮਾਈਆਂ ਨੂੰ ਵਰ ਦਿੱਤਾ, ਮਾਈਆਂ ਰੱਬ ਰਜਾਈਆਂ, ਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਬਖਸ਼ ਦਿੱਤਾ। ਜਦੋਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਖਸੀਅਤ ਵੱਲ ਧਿਆਨ ਦਿੰਦੇ ਹਾਂ, ਇਹ ਹੋ ਹੀ ਨਹੀਂ ਸਕਦਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧੀਰਮਲ ਨੂੰ ਮਾਫ ਕਰਨ ਵਾਲੇ, ਸ਼ੀਹੇ ਮਸੰਦ ਨੂੰ ਗੋਲੀ ਚਲਾਉਣ ਵਾਲੇ ਨੂੰ ਮਾਫ ਕਰ ਦੇਣ ਵਾਲੇ, ਏਡੇ ਸ਼ਾਂਤ ਚਿੱਤ ਰਹਿਣ ਵਾਲੇ, ਬੈਰਾਗ ਦੀ ਜਿਹੜੀ ਮੂਰਤ ਹੈ, ਉਹ ਸਿਰਫ ਇਸੇ ਕਰਕੇ ਪੂਰੇ ਸ਼ਹਿਰ ਨੂੰ ਇਹ ਸਰਾਪ ਦੇ ਦਿੰਦੇ, ਉਹਨਾਂ ਬਾਰੇ ਮਾੜੇ ਸ਼ਬਦ ਵਰਤਦੇ। ਉਹਨਾਂ ਨੇ ਮਸੰਦਾਂ ਵਾਸਤੇ ਇਹ ਵਰਤਿਆ ਕਿ ਪੂਜਾ ਦਾ ਥਾਨ ਖਾ ਖਾ ਕੇ ਤੁਹਾਡਾ ਅੰਤਰ ਸੜ ਗਿਆ। ਤੁਸੀਂ ਹੁਣ ਅੰਮ੍ਰਿਤਸਰ ਦੇ ਮਸੰਦ ਨਹੀਂ ਰਹੇ। ਅੰਮ੍ਰਿਤਸਰ ਦਾ ਮਤਲਬ ਹੈ ਉਹ ਥਾਂ ਜਿੱਥੇ ਅੰਮ੍ਰਿਤ ਸਰੋਵਰ ਦੀ ਵਰਸ਼ਾ ਹੁੰਦੀ ਹੈ। ਸਤਸੰਗ ਵਾਲੀ ਗੱਲ ਜਿਹੜੀ ਹੈ, ਹੁਣ ਤੁਸੀਂ ਸਤਸੰਗੀ ਨਹੀਂ ਰਹੇ, ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਦੇ ਨਾਲ ਤੁਹਾਡਾ ਅੰਦਰ ਸੜ ਗਿਆ, ਸੜ ਗਏ ਹੋ ਤੁਸੀਂ। ਹੁਣ ਤੁਹਾਡੇ ਅੰਦਰ ਉਹ ਧਾਰਮਿਕ ਜਿਹੜੀ ਗੱਲ ਸੀ ਉਹ ਖਤਮ ਹੋ ਗਈ ਹੈ। ਤੇ ਇੱਥੋਂ ਫਿਰ ਪਿੰਡ ਬੱਲੇ ਤੋਂ ਹੀ ਜਿਸ ਵੇਲੇ ਅੰਮ੍ਰਿਤਸਰ ਦੇ ਉਹਨਾਂ ਲੋਕਾਂ ਨੇ ਨੂੰ ਗੁਰੂ ਸਾਹਿਬ ਨੇ ਵਿਦਾ ਕੀਤਾ ਆਪਣੇ ਕੋਲੋਂ ਖੁਸ਼ੀ, ਇੱਥੋਂ ਹੀ ਫਿਰ ਭਾਈ ਮੱਖਣ ਸ਼ਾਹ ਲਵਾਣਾ ਵੀ ਗੁਰੂ ਸਾਹਿਬ ਪਾਸੋਂ ਆਗਿਆ ਲੈ ਕੇ ਵਾਪਸ ਆਪਣੇ ਵਤਨ, ਆਪਣੇ ਇਲਾਕੇ 'ਚ ਪਰਤ ਗਿਆ, ਕਿਉਂਕਿ ਉਹਦਾ ਕਾਰੋਬਾਰ ਸੀ। ਕਈ ਮਹੀਨੇ ਉਹ ਗੁਰੂ ਸਾਹਿਬ ਦੇ ਨਾਲ ਬਕਾਲੇ ਤੇ ਉਹਨਾਂ ਦੇ ਨਾਲ ਸਫ਼ਰ ਦੇ ਵਿੱਚ ਰਿਹਾ, ਤੇ ਇੱਥੋਂ ਫਿਰ ਉਹ ਚਲੇ ਗਿਆ ਸੀ।
ਤੇ ਗੁਰੂ ਸਾਹਿਬ ਇੱਥੋਂ ਚੱਲ ਕੇ ਅੰਮ੍ਰਿਤਸਰ ਇੱਥੋਂ ਬੱਲੇ ਤੋਂ ਚੱਲ ਕੇ ਕਰਤਾਰਪੁਰ ਹੋ ਕੇ ਵਾਪਸ ਕੀਰਤਪੁਰ ਸਾਹਿਬ ਚਲੇ ਜਾਂਦੇ ਨੇ। ਹਾਂਜੀ ਇਹ ਜਿਹੜੀ ਘਟਨਾ ਤੁਸੀਂ ਵਰਣਨ ਕੀਤੀ ਹੈ ਨਿੰਮ ਸੰਨ ਤੋਂ ਅੰਮ੍ਰਿਤਸਰੀਏ, ਇਹ ਜਿਹੜੀ ਗਾਂ ਜਿਹੜੇ ਆਪਣੇ ਲਿਖਾਰੀ ਨੇ ਢਾਡੀ ਨੇ ਬਾਰੇ ਇਹ ਪ੍ਰਚਲਿਤ ਹੋ ਗਈ ਗੱਲ, ਜਿਹੜੇ ਕਿ ਅੰਮ੍ਰਿਤਸਰੀ ਅੰਦਰਸਰੀਏ ਮਾਈਆਂ ਰੱਬ ਰਜਾਈਆਂ। ਤੇ ਇਹ ਭਾਵੇਂ ਸੋਤ ਤੋਂ ਅਸੀਂ ਜੋ ਆਖਿਆ ਹੈ ਸੋਤ ਉਹ ਹੈ, ਪਰ ਇਹ ਗੱਲ ਪ੍ਰਚਲਿਤ ਹੋ ਗਈ ਐਵੇਂ, ਅਤੇ ਆਮ ਹੀ ਇਹ ਗੱਲ ਕਹੀ ਜਾਂਦੀ ਹੈ। ਠੀਕ ਹੈ, ਉੱਥੋਂ ਬਾਅਦ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਗੱਲਾਂ ਐਸੀਆਂ ਪ੍ਰਚਲਿਤ ਹੋ ਜਾਂਦੀਆਂ ਜਿਹੜੀਆਂ ਸਿੱਖ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦੀਆਂ ਹੁੰਦੀਆਂ ਤੇ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਵੀ ਮੇਲ ਨਹੀਂ ਖਾਂਦੀਆਂ ਹੁੰਦੀਆਂ। ਠੀਕ ਹੈ, ਅਸੀਂ ਕਈ ਵਾਰੀ ਜਜ਼ਬਾਤੀ ਹੋ ਕੇ ਗੱਲਾਂ ਇਸ ਤਰ੍ਹਾਂ ਕਰਨਾ ਬਣਾ ਦਿੰਦੇ ਹਾਂ। ਗੁਰੂ ਸਾਹਿਬ ਨੇ ਮਸੰਦਾਂ ਦੇ ਸੰਬੰਧ ਵਿੱਚ ਇਹ ਗੱਲ ਕਹੀ ਸੀ, ਜਿਹੜੇ ਪੂਜਾ ਦਾ ਧਾਨ ਖਾ ਖਾ ਕੇ ਪੁਜਾਰੀਆਂ ਦੀ ਤਰ੍ਹਾਂ ਫਿੱਟੇ ਹੋਏ ਸੀ ਤੇ ਉਹਨਾਂ ਦੇ ਅੰਦਰ ਸੰਗਤ ਦੀ ਸੇਵਾ ਕਰਨ ਦੀ ਭਾਵਨਾ ਨਹੀਂ ਸੀ, ਉਹਨਾਂ ਅੰਦਰ ਧਰਮ ਦੀ ਭਾਵਨਾ ਨਹੀਂ ਰਹੀ ਸੀ। ਉਹ ਜਿਹੜੇ ਅੰਮ੍ਰਿਤ ਦੀ ਗੱਲ ਸੀ, ਅੰਮ੍ਰਿਤ ਅੰਦਰ ਹਰਮੰਦਰ ਦੀ ਜਿਹੜੀ ਗੱਲ ਸੀ, ਉਹ ਸਾਰੀ ਖਤਮ ਹੋ ਕੇ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਮਸੰਦ ਸੀ ਜਿਹੜੇ, ਉਹਨਾਂ ਦੇ ਸੰਬੰਧ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਆਖੀ ਸੀ। ਹਾਂਜੀ, ਸੋ ਉੱਥੋਂ ਸਾਹਿਬ ਸੱਚੇ ਪਾਤਸ਼ਾਹ ਪਿੰਡ ਬੱਲੇ ਜਾਂਦੇ ਨੇ ਅਤੇ ਬੱਲੇ ਉੱਥੇ ਵੀ ਨਿਸ਼ਾਨੀ ਹੈ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਬਣਿਆ। ਹਾਂਜੀ, ਅਤੇ ਅਸੀਂ ਕਈ ਵਾਰੀ ਬਾਰ-ਬਾਰ ਇਹ ਬੇਨਤੀ ਕਰਦੇ ਹਾਂ, ਜਦੋਂ ਤੁਸੀਂ ਆਪਣੇ ਪਰਿਵਾਰਾਂ ਸਮੇਤ ਜਾਓ ਤੇ ਦਰਬਾਰ ਸਾਹਿਬ ਦੇ ਦਰਸ਼ਨ ਉੱਤੇ ਮੱਥਾ ਟੇਕ ਕੇ ਨਾ ਆ ਜਾਇਆ ਕਰੋ। ਆਹ ਯਾਦਗਾਰਾਂ ਤੁਹਾਡੇ ਦੇਖਣ ਵਾਲੀਆਂ ਨੇ, ਜਿਹੜੀਆਂ ਕਿ ਬਿਲਕੁਲ ਨਜ਼ਦੀਕ ਨੇ। ਹਾਂਜੀ, ਬੱਲਾ ਉੱਥੋਂ ਕੋਈ ਦੂਰ ਨਹੀਂ, ਪਿੰਡ ਬੱਲਾ ਦੂਰ ਨਹੀਂ, ਜਿੱਥੇ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ। ਤੇ ਉਦੋਂ ਬਾਅਦ ਸਤਿਗੁਰੂ ਕਰਤਾਰਪੁਰ ਅਤੇ ਕੀਰਤਪੁਰ ਪਹੁੰਚਦੇ ਨੇ, ਅਤੇ ਭਾਈ ਸਾਹਿਬ ਜੀ ਮਿੰਟ ਆਪਣੇ ਕੋਲ 3-4 ਰਹਿ ਗਏ ਨੇ। ਇੱਥੇ ਦੱਸੋ ਕੀਰਤਪੁਰ ਤੋਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅਗਲਾ ਕਦਮ ਪੁੱਟਿਆ ਅਨੰਦਪੁਰ ਸਾਹਿਬ ਬਣਾਉਣ ਦਾ, ਉਹ ਵਸਾਉਣ ਦਾ, ਉਹ ਕਿੱਦਾਂ ਕੀ ਸੀ? ਦੇਖੋ, ਗੁਰੂ ਸਾਹਿਬਾਂ ਦੇ ਵੇਲੇ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸਨ ਉਹ ਹੀ ਕੇਂਦਰ ਬਣ ਜਾਂਦਾ ਸੀ। 1634 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਗਏ ਨੇ, 1630 ਚ ਵਸਾਇਆ ਗਿਆ, 1634 ਚ ਗਏ ਨੇ। ਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ 1665 ਦੇ ਵਿੱਚ ਕੀਰਤਪੁਰ ਸਾਹਿਬ ਜਾਂਦੇ ਨੇ। ਉਦੋਂ ਤੱਕ ਉਹ ਜਿਹੜਾ ਕੇਂਦਰ ਹੈ ਉਹ ਹੀ ਰਿਹਾ, ਬੇਸ਼ੱਕ ਗੁਰੂ ਸਾਹਿਬ ਪ੍ਰਚਾਰ ਦੌਰਿਆਂ ਤੇ ਬਾਹਰ ਜਾਂਦੇ ਰਹੇ। ਤੇ ਕੀਰਤਪੁਰ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਨਵਾਂ ਨਗਰ ਵਸਾਉਣ ਵਾਸਤੇ ਉਪਰਾਲਾ ਕੀਤਾ। ਆਉਣ ਵਾਲਾ ਜਿਹੜਾ ਸਮਾਂ ਸੀ ਭਵਿੱਖ ਦਾ, ਉਹ ਸਮੱਸਿਆਵਾਂ ਵੀ ਸੀਗੀਆਂ ਤੇ ਇਹ ਵੀ ਮੈਂ ਇਹ ਗੱਲ ਮੰਨ ਕੇ ਚੱਲਦਾ ਡਾਕਟਰ ਸਾਹਿਬ, ਕੀਰਤਪੁਰ ਦੀ ਜਿਹੜੀ ਜਗ੍ਹਾ ਸੀ ਉਹ ਸੀਮਤ ਸੀ। ਗੁਰੂ ਸਾਹਿਬ ਇਹ ਜਾਣਦੇ ਸਨ, ਜਾਣ ਸਨ ਗੁਰੂ ਸਾਹਿਬ ਦਾ, ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੇ ਪੂਰੇ ਸੰਸਾਰ ਦੇ ਵਿੱਚ ਖਿਲਰ ਜਾਣਾ ਹੈ। ਜਦੋਂ ਇੱਥੇ ਜੋੜ ਮੇਲਿਆਂ ਤੇ ਆਇਆ ਕਰਨਗੇ, ਇੱਥੇ ਜੁੜਨ ਵਾਲੇ ਸਿੱਖਾਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਜਾਇਆ ਕਰਨੀ ਹੈ। ਉਹਨਾਂ ਵਾਸਤੇ ਵੱਡੀ ਜਗ੍ਹਾ ਦੀ ਲੋੜ ਸੀ, ਖੁੱਲ੍ਹੇ ਸਥਾਨ ਦੀ ਲੋੜ ਸੀ। ਇਸੇ ਕਰਕੇ ਹੀ ਉਹਨਾਂ ਨੇ ਉਸ ਵੇਲੇ ਜਿਹੜਾ ਉੱਥੇ ਦਾ ਰਿਆਸਤ ਕਹਿਲੂਰ ਦਾ ਜਿਹੜਾ ਰਾਜਾ ਸੀਗਾ ਦੀਪ ਚੰਦ, ਉਹਦੇ ਪਾਸੋਂ ਮਾਖੋਵਾਲ, ਸਹੋਤਾ ਤੇ ਇੱਕ ਹੋਰ ਪਿੰਡ, 3 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਖਰੀਦ ਕੇ ਨਵਾਂ ਨਗਰ ਵਸਾਇਆ। ਸਹੋਤਾ ਪਿੰਡ ਅਜੇ ਵੀ ਹੈਗਾ ਕਾਗਜ਼ਾਂ ਦੇ ਵਿੱਚ, ਮਾਖੋਵਾਲ ਪਿੰਡ ਵੀ ਹੈਗਾ, ਇੱਕ ਹੋਰ ਤੀਸਰਾ ਪਿੰਡ ਸੀਗਾ। ਉਹ ਸਹੋਤਾ ਨੂੰ ਭਾਈ ਗਿਆਨੀ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਸਰੋਟਾ ਲਿਖਿਆ ਹੈ। ਮੈਂ ਸਮਝਦਾ ਉਹ ਪ੍ਰਿੰਟਿੰਗ ਮਿਸਟੇਕ ਹੈ। ਸਹੋਤਾ ਪਿੰਡ ਅਜੇ ਵੀ ਹੈਗਾ ਤੇ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ, ਮਾਣ ਵੀ ਹੈ ਕਿ ਮੈਂ ਜਿਸ ਗੁਰਮਤਿ ਸਾਗਰ ਟਰੱਸਟ ਦੇ ਨਾਲ ਹਿੱਸਾ ਜਿਹਦਾ ਮੈਂ ਜੁੜਿਆ ਹੋਇਆ, ਉਹ ਸਹੋਤਾ ਪਿੰਡ ਦੀ ਜ਼ਮੀਨ ਦੇ ਵਿੱਚ ਹੈ। ਤੇ ਉੱਥੇ ਹੀ ਥੇ ਸੀ ਉਹਦੇ ਲਾਗੇ ਹੀ, ਜਿਹੜਾ ਅੱਜ ਇਹ ਜਿਹੜਾ ਮਾਲ ਜਿਹੜਾ ਰੈਵਨਿਊ ਰੈਕੋਰਡ ਉਹ ਚੁੱਕਦਾ, ਜਿੱਥੇ ਗੁਰੂ ਸਾਹਿਬ ਨੇ 19 ਜੂਨ 1665 ਨੂੰ ਬਾਬਾ ਗੁਰਦਿੱਤਾ ਜੀ, ਜਿਹੜੇ ਭਾਈ ਬਾਬਾ ਬੁੱਢਾ ਜੀ ਦੇ ਪੋਤਰੇ ਸੀ, ਉਹਦੇ ਪਾਸੋਂ ਮੋੜੀ ਗੜਵਾ ਕੇ ਨਵਾਂ ਨਗਰ ਆਰੰਭ ਕੀਤਾ। ਉਹਦਾ ਨਾਂ ਸੀ ਚੱਕ ਨਾਨਕੀ। ਇਹਦੀ ਗੱਲ ਡਾਕਟਰ ਸਾਹਿਬ ਆਪਾਂ ਅਗਲੇ ਹਫ਼ਤੇ ਸ਼ੁਰੂ ਕਰਾਂਗੇ, ਪੂਰੀ ਕਰਾਂਗੇ ਡੀਟੇਲ। ਠੀਕ ਹੈ, ਨਹੀਂ ਹੈ ਸਮਾਂ। ਇਹ ਸੀ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੂਰ ਅੰਦੇਸ਼ੀ। ਸਤਿਗੁਰੂ ਜਾਣਦੇ ਸਨ ਕਿ ਸਮਾਂ ਕਿਹੋ ਜਿਹਾ ਆਉਣ ਵਾਲਾ। ਕੀਰਤਪੁਰ ਤੁਸੀਂ ਦੇਖਿਆ ਹੈ, ਉਹ ਨਿਮਾਣ ਦੇ ਪਹਾੜ ਤੋਂ ਥੱਲੇ ਹੈ, ਨਿਮਾਣ ਵਿੱਚ ਹੈ। ਇੱਕ ਪਾਸੇ ਦਰਿਆ ਵਗਦਾ ਹੈ, ਦੂਜੇ ਪਾਸੇ ਪਹਾੜ ਹੈ, ਤੇ ਜਗ੍ਹਾ ਵੀ ਥੋੜੀ ਇੱਕ ਨਿਮਾਣ ਵਿੱਚ
ਤੇ ਸਤਿਗੁਰੂ ਜਾਣਦੇ ਸਨ ਕਿ ਇੱਥੇ ਜੰਗਾਂ ਯੁੱਧਾਂ ਦਾ ਸਮਾਂ ਆਉਣਾ ਹੈ। ਸੋ ਸਤਿਗੁਰੂ ਨੇ ਉਹ ਜਗ੍ਹਾ ਲਈ ਜਿਹੜੀ ਪਹਾੜੀ ਦੇ ਉੱਤੇ, ਜਿੱਥੇ ਅਨੰਦਪੁਰ ਸਾਹਿਬ ਵਸਾਇਆ, ਉਹਦੀ ਗੱਲ ਭਾਈ ਸਾਹਿਬ ਜੀ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਕਰਨਗੇ। ਤੇ ਅੱਜ ਸਮਾਂ ਕਿਉਂਕਿ ਸਾਡਾ ਇੱਥੇ ਹੀ ਸਮਾਪਤ ਹੈ, ਤੇ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇ ਜੋ ਵੀ ਸਾਨੂੰ ਭਾਈ ਸਾਹਿਬ ਨੇ ਮਿਹਨਤ ਕਰਕੇ ਜੋ ਦਰਸਾਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਸ ਰੱਖਦੇ ਹਾਂ ਕਿ ਇਹਨਾਂ ਪ੍ਰੋਗਰਾਮਾਂ ਤੋਂ ਕੁਝ ਨਾ ਕੁਝ ਸਾਨੂੰ ਸਿੱਖਿਆ ਮਿਲੇਗੀ। ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਫਤਿਹ।